ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ, ਭਗਤ ਬਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਚ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਣ ਵਾਸਤੇ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ 'ਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਤੇ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬੜੇ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ, ਜੋ ਕਥਾ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਤਿਨਾਂ ਵੱਲੋਂ ਇਹ ਸਾਰਾ ਇਤਿਹਾਸ ਲਿਖਿਆ ਗਿਆ ਹੈ ਔਰ ਬੜੀ ਸ਼ਰਧਾ ਬੜੀ ਆਸਥਾ ਤੇ ਭਾਵਨਾ ਨਾਲ ਲਿਖਿਆ ਗਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਪ੍ਰੇਮਾ ਭਗਤੀ ਦਾ ਨਾਮ ਜਪਣ ਦਾ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਗੁਰਦੇਵ ਦੇ ਮਨ 'ਚ ਸੰਕਲਪ ਹੋਇਆ ਕਿ ਸ੍ਰੀ ਗੋਇੰਦਵਾਲ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ। ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਸੰਗਤ ਸਮੇਤ ਚੱਲੇ। ਰਸਤੇ ਵਿੱਚ ਜਿੱਥੇ ਅੱਜ ਕੱਲ੍ਹ ਸ੍ਰੀ ਤਰਨ ਤਾਰਨ ਸਾਹਿਬ ਹੈ, ਇਸ ਜਗ੍ਹਾ ਤੇ ਸਤਿਗੁਰਾਂ ਨੇ ਡੇਰਾ ਕੀਤਾ। ਵੇਖਿਆ ਕਿ ਇੱਥੇ ਮਹਾਨ ਤੀਰਥ ਪ੍ਰਗਟ ਹੋਣ ਵਾਲਾ ਹੈ। ਇਸ ਜਗ੍ਹਾ ਦਾ ਝਗੜਾ ਸੀ ਦੋ ਪਿੰਡਾਂ ਵਿੱਚ। ਇੱਕ ਪਿੰਡ ਦਾ ਨਾਂ ਪਲਾਸੂਰ ਹੈ, ਦੂਸਰੇ ਦਾ ਖਾਨਾਵਾਲ ਹੈ, ਖਾਨਾਪੁਰ ਵੀ ਹੈ। ਦੋਵਾਂ ਪਿੰਡਾਂ ਦਾ ਝਗੜਾ। ਮਹਾਰਾਜ ਜੀ ਨੇ ਦੋਨਾਂ ਨੂੰ ਬੁਲਾ ਕੇ ਆਖਿਆ ਕਿ ਤੁਹਾਡੀ ਇਹ ਝਗੜੇ ਦੀ ਜ਼ਮੀਨ ਹੈ, ਇਹਦੇ ਕਰਕੇ ਤੁਸੀਂ ਝਗੜਦੇ ਹੋ, ਇਹਦਾ ਮੁੱਲ ਤੁਸੀਂ ਸਾਡੇ ਕੋਲੋਂ ਲੈ ਲਓ। ਜਿੰਨਾ ਮੁੱਲ ਹੈ ਅਸੀਂ ਦੁੱਗਣਾ ਮੁੱਲ ਦੇਵਾਂਗੇ। ਨਾਲੇ ਤੁਹਾਡਾ ਝਗੜਾ ਮੁੱਕ ਜਾਏਗਾ, ਨਾਲੇ ਇੱਥੇ ਗੁਰੂ ਘਰ ਦਾ ਮਹਾਨ ਕਾਰਜ ਹੋਣਾ, ਤੀਰਥ ਪ੍ਰਗਟ ਹੋਣਾ, ਤੁਹਾਡੇ ਸਾਰੇ ਜੀਵਾਂ ਦਾ ਭਲਾ ਹੋਵੇਗਾ। 1,57,000 ਰੁਪਈਆ ਮਹਾਰਾਜ ਜੀ ਨੇ ਦੋਵਾਂ ਪਿੰਡਾਂ ਦੀ ਪੰਚਾਇਤ ਨੂੰ ਦੇ ਕੇ ਇਸ ਜਗ੍ਹਾ ਦਾ ਪਟਾ ਆਪਣੇ ਨਾਂ ਤੇ ਲਿਖਾਇਆ ਔਰ ਇਸ ਜਗ੍ਹਾ ਤੇ ਕੁਝ ਦਿਨ ਮਹਾਰਾਜ ਜੀ ਨੇ ਪੜਾ ਰੱਖਿਆ, ਡੇਰਾ ਕੀਤਾ। ਸਤਿਗੁਰੂ ਜੀ ਇੱਛਾ ਕਰ ਰਹੇ ਨੇ ਕਿ ਇੱਥੇ ਸਰੋਵਰ ਲਾਇਆ ਜਾਵੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਜਸ ਸਰਵਣ ਕਰੀਏ। ਸ੍ਰੀ ਤਰਨ ਤਾਰਨ ਸਰੋਵਰ ਦੀ ਸੇਵਾ ਕਿਵੇਂ ਸਤਿਗੁਰੂ ਜੀ ਨੇ ਪ੍ਰਾਰੰਭ ਕੀਤੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਜਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਾਲ ਤਰਨ ਤਾਰਨ ਚੈ ਲਾਇਓ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤਰਨ ਤਾਰਨ ਸਰੋਵਰ ਇਸ ਜਗ੍ਹਾ ਤੇ ਲਾਣਾ ਚਾਹੁੰਦੇ ਹਨ। ਇੱਕ ਵਿਸ਼ਾਲ ਸਰੋਵਰ ਇਸ ਜਗ੍ਹਾ ਤੇ ਬਣਾਉਣਾ ਚਾਹੁੰਦੇ ਹਨ। ਸਕਲ ਮਸੰਦਨ ਸਾਥ ਬਤਾਇਓ। ਗੁਰੂ ਘਰ ਦੇ ਜਿੰਨੇ ਮਸੰਦ ਸਨ ਉਹਨਾਂ ਸਾਰੇ ਮਸੰਦਾਂ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਲਗੇ ਕਰਾਵਨ ਬਹੁ ਬਿਦ ਤਿਆਰੀ।
ਹੁਣ ਉਹ ਜਿੰਨੇ ਮਸੰਦ ਸਨ ਸਾਰੇ ਰਲ ਕੇ ਤਿਆਰੀ ਕਰਾਉਣ ਲੱਗੇ ਕਿ ਤਰਨਤਾਰਨ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਜਾ ਸਕੇ। ਲਗੇ ਮਜੂਰ ਕਰੇ ਗਨਕਾਰੀ। ਬਹੁਤ ਸਾਰੇ ਮਜ਼ਦੂਰਾਂ ਨੂੰ ਸੱਦਾ ਭੇਜ ਦਿੱਤਾ ਗਿਆ ਜਿਹੜੇ ਸਰੋਵਰ ਦੀ ਖੁਦਾਈ ਦੀ ਸੇਵਾ ਕਰਨ ਲੱਗੇ। ਚੂਨਾ ਅਧਿਕ ਈਟ ਕਾ ਹੇਤ। ਚੂਨਾ ਉਹਦੀ ਜ਼ਰੂਰਤ ਪੈਣੀ ਸੀ, ਉਹ ਇਕੱਠਾ ਕਰਨ ਲੱਗੇ, ਇੱਟਾਂ ਇਕੱਠੀਆਂ ਕਰਨ ਲੱਗੇ। ਸ਼੍ਰੀ ਅਰਜਨ ਜੀ ਧਨ ਧਨ ਦੇਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਖਜ਼ਾਨਿਆਂ ਚੋਂ ਬੇਅੰਤ ਮਾਇਆ ਸਤਿਗੁਰੂ ਜੀ ਦਿੰਦੇ ਨੇ ਇਸ ਸੇਵਾ ਵਾਸਤੇ। ਪੁਨੇ ਖਨਨ ਹਿਤ ਕਰਨ ਮਹੂਰਤ। ਮਹਾਰਾਜ ਜੀ ਨੇ ਸਰੋਵਰ ਦਾ ਟੱਕ ਲਾਉਣ ਵਾਸਤੇ ਗੁਰਦੇਵ ਨੇ ਸੱਚੇ ਪਾਤਸ਼ਾਹ ਨੇ ਸੰਕਲਪ ਕੀਤਾ ਹੈ। ਭਏ ਤਿਆਰ ਸਤ ਗੁਰ ਹਿਤ ਪੂਰਤ। ਔਰ ਅਕਾਲ ਪੁਰਖ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਗੁਰੂ ਰਾਮਦਾਸ ਸਾਹਿਬ ਜੀ ਤੱਕ ਅਰਦਾਸ ਬੇਨਤੀ ਕੀਤੀ ਹੈ। ਪੰਚਾਮ੍ਰਿਤ ਘਨੋ ਕਰਵਾਇਓ। ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰ ਕਰਵਾਈਆਂ ਹਨ। ਸਿੱਖ ਸੰਗਤ ਤੈ ਬ੍ਰਿੰਦ ਬੁਲਾਇਓ। ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਨੇ ਬੁਲਾ ਲਈਆਂ। ਦਿਨ ਮੁਕਰਰ ਕਰ ਲਿਆ, ਸੰਗਤ ਨੂੰ ਕਹਿ ਦਿੱਤਾ ਕਿ ਫਲਾਣੇ ਦਿਨ ਸਰੋਵਰ ਦਾ ਟੱਕ ਲਾਇਆ ਜਾਣਾ, ਸਾਰੀ ਸੰਗਤ ਉਸ ਦਿਨ ਇਸ ਜਗ੍ਹਾ ਤੇ ਹਾਜ਼ਰ ਹੋਵੇ। ਅਨਕ ਪ੍ਰਕਾਰਨ ਕੇ ਉਤਸਾਹ। ਸੰਗਤ ਵਿੱਚ ਬੜਾ ਭਾਰੀ ਉਤਸ਼ਾਹ ਹੈ ਕਿ ਸਤਿਗੁਰੂ ਜੀ ਇਹ ਬੜਾ ਵੱਡਾ ਮਹਾਨ ਪਰਉਪਕਾਰ ਦਾ ਕਾਰਜ ਸਾਡੇ ਸਾਰਿਆਂ ਵਾਸਤੇ ਕਰਨ ਲੱਗੇ ਹਨ। ਹੋਤ ਪ੍ਰਸੰਨ ਸਿੱਖ ਮਨ ਮਾਏ। ਬਹੁਤ ਸਾਰੇ ਸਿੱਖ ਆਪਣੇ ਮਨ 'ਚ ਬੜੇ ਭਾਰੀ ਪ੍ਰਸੰਨ ਹੋਏ। ਲਗਿਓ ਦੀਵਾਨ ਅਧਿਕ ਗੁਰ ਪਾਸ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਤਰਨਤਾਰਨ ਸਾਹਿਬ ਵਾਲੀ ਜਗ੍ਹਾ ਤੇ ਆਈਆਂ ਹਨ। ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤਾਂ ਦਾ ਦੀਵਾਨ ਸਜਿਆ ਹੈ। ਬੋਲੇ ਬਾਕ ਕਰੋ ਅਰਦਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ। ਗੁਰਦੇਵ ਨੇ ਆਖਿਆ ਭਾਈ ਹੁਣ ਅਰਦਾਸ ਕਰੋ ਮਹਾਰਾਜ ਜੀ ਦੇ ਚਰਨਾਂ ਵਿੱਚ। ਭਾਈ ਬੁੱਢੇ ਕੋ ਕੀਏ ਖਰਿਓ। ਔਰ ਅਰਦਾਸ ਕਰਨ ਵਾਸਤੇ ਕਿਹਨਾਂ ਦੀ ਸੇਵਾ ਲੱਗੀ ਹੈ? ਧੰਨ ਬਾਬਾ ਬੁੱਢਾ ਸਾਹਿਬ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਨੂੰ ਸਭ ਤੋਂ ਸਾਹਮਣੇ ਅੱਗੇ ਖੜਾ ਕੀਤਾ ਅਰਦਾਸ ਕਰਨ ਵਾਸਤੇ। ਬ੍ਰਹਮ ਸਰੂਪ ਵਿਖੇ ਚਿਤ ਜੁਰਿਓ। ਐਸੇ ਮਹਾਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਮਨ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਤਦਾਕਾਰ ਹੈ, ਜਿਨ੍ਹਾਂ ਦੀ ਬਿਰਤੀ ਬ੍ਰਹਮਾਕਾਰ ਹੈ ਔਰ ਬ੍ਰਹਮ ਦੇ ਸਰੂਪ ਵਿੱਚ ਇਕਮਿਕ ਹਨ। ਮਹਾਸ਼ਕਤ ਧਰ ਸਿੱਖ ਮਹਾਨਾ। ਮਹਾਨ ਸ਼ਕਤੀ ਨੂੰ ਧਾਰਨ ਕਰਨ ਵਾਲੇ ਮਹਾਨ ਸਿੱਖ ਹਨ ਬਾਬਾ ਬੁੱਢਾ ਜੀ। ਕਰ ਤਲ ਫਲ ਸਮਰੂਪ ਸੁਜਾਨਾ। ਔਰ ਇਸ ਤਰ੍ਹਾਂ ਆਤਮ ਗਿਆਨ ਸਾਹਮਣੇ ਹੈ, ਪ੍ਰਤੱਖ ਹੈ ਬਾਬਾ ਜੀ ਦੇ ਹਿਰਦੇ ਵਿੱਚ। ਜਿਵੇਂ ਹੱਥ ਦੀ ਤਲੀ ਤੇ ਧਰਿਆ ਹੋਇਆ ਕੋਈ ਫਲ ਸਾਹਮਣੇ ਦਿਸਦਾ ਨਾ, ਏਦਾਂ ਆਪਣਾ ਨਿਜ ਸਰੂਪ ਬਾਬਾ ਬੁੱਢਾ ਸਾਹਿਬ ਜੀ ਤੱਕਦੇ ਨੇ, ਵੇਖਦੇ ਨੇ। ਰਾਤ ਦਿਓਸ ਜਿਸ ਰਹੇ ਸਮਾਦ। ਰਾਤ ਦਿਨ ਇੱਕੋ ਜੀ ਅਵਸਥਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਟਿਕੇ ਰਹਿੰਦੇ ਹਨ। ਰਾਤ ਦਿਨ ਇੱਕੋ ਅੰਤਰ ਸਮਾਧੀ ਦੀ ਅਵਸਥਾ ਦੇ ਵਿੱਚ ਬਾਬਾ ਜੀ ਟਿਕੇ ਰਹਿੰਦੇ ਹਨ। ਦਾਤ ਸ਼ਾਂਤ ਜੁਤ ਰਿਦਾ ਅਗਾਧ। ਹਿਰਦਾ ਸ਼ਾਂਤੀ ਦੀ ਦਾਤ ਨਾਲ ਨਿਵਾਜਿਆ ਹੋਇਆ ਹੈ। ਹਿਰਦਾ ਪਰਮ ਆਨੰਦ ਤੇ ਪਰਮ ਸ਼ਾਂਤੀ ਨਾਲ ਭਰਿਆ ਹੋਇਆ ਹੈ। ਖਰੋ ਪਇਓ ਜਬ ਗੁਰੂ ਅਗਾਰੀ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਸ ਵਕਤ ਸਤਿਗੁਰਾਂ ਦੇ ਸਾਨਮੁਖ ਖੜੇ ਹੋਏ ਹਨ। ਹਿਤ ਅਰਦਾਸ ਕਰਨ ਸੁਖਕਾਰੀ। ਅਰਦਾਸ ਕਰਨ ਵਾਸਤੇ, ਸੁਖਦਾਈ ਅਰਦਾਸ ਕਰਨ ਵਾਸਤੇ ਖਲੋਤੇ ਹਨ। ਖੱਤਰੀ ਇੱਕ ਦੇਵੀ ਚੰਦ ਨਾਮ। ਇੱਕ ਗੁਰੂ ਘਰ ਦਾ ਸੇਵਕ ਸੀ ਖੱਤਰੀ ਜਾਤੀ ਦਾ, ਜਿਹਦਾ ਨਾਂ ਸੀ ਦੇਵੀ ਚੰਦ। ਬਾਬਾ ਜੀ ਹਾਲੇ ਅਰਦਾਸ ਕਰਨ ਵਾਸਤੇ ਖਲੋਤੇ ਹੀ ਸਨ ਕਿ ਇਹਨੇ ਨੂੰ ਇੱਕ ਖੱਤਰੀ ਦੇਵੀ ਚੰਦ ਜਿਸ ਦਾ ਨਾਂ ਹੈ। ਗੋਇੰਦਵਾਲ ਹੋਤੋ ਜਿਸ ਧਾਮ। ਇਹ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਸੀ, ਉੱਥੋਂ ਦਾ ਨਿਵਾਸੀ ਸੀ। ਦਰਸ਼ਨ ਹੇਤ ਗੁਰੂ ਕੇ ਆਵਾ। ਦੇਵੀ ਚੰਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਕੋਲ ਆਇਆ। 1 ਰੁਪਈਓ
ਤਾਹੇ ਤੁਰਾਵਾ। 1 ਰੁਪਈਆ ਸੀ ਇਹਦੇ ਕੋਲ, ਇਹਨੇ ਤੁੜਾ ਲਿਆ ਰਸਤੇ ਵਿੱਚੋਂ ਕਿਤੋਂ ਵੀ। 1 ਰੁਪਈਆ ਪੂਰਾ ਕਾਹਨੂੰ ਦੇਣਾ ਗੁਰੂ ਜੀ ਦੇ ਚਰਨਾਂ 'ਚ। ਇਹਨੇ 1 ਰੁਪਈਆ ਉਹ ਤੁੜਾ ਲਿਆ। ਆਦੇ ਟਕੇ ਰਾਖ ਨਿਜ ਪਾਸ। ਉਹਦੇ ਵਿੱਚੋਂ ਜਿਹੜਾ ਅੱਧਾ ਰੁਪਈਆ ਸੀ, ਅੱਧੇ ਟਕੇ ਸਨ, ਇਹਨੇ ਆਪਣੇ ਕੋਲ ਰੱਖ ਲਏ। ਅਰਦ ਲਏ ਹਿਤ ਗੁਰ ਅਰਦਾਸ। ਔਰ ਜਿਹੜੇ ਅੱਧੇ ਟਕੇ ਬਾਕੀ ਬਚਦੇ ਸਨ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਲੈ ਲਏ। ਗੁਰ ਕੈ ਜਾਏ ਅਗਾਰੀ ਤਰੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਉਹ ਅੱਧਾ ਰੁਪਈਆ ਲਿਆ ਕੇ ਇਹਨੇ ਰੱਖ ਦਿੱਤਾ। ਹਾਥ ਬੰਦ ਕਰ ਬੈਠਨ ਕਰੇ। ਹੱਥ ਬੰਨ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਦੇਵੀ ਚੰਦ ਬੈਠ ਗਿਆ। ਸ਼੍ਰੀ ਅਰਜਨ ਅਵਲੋਕ ਉਚਾਰੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੇਖਿਆ ਕਿ ਇਹਨੇ ਰੁਪਈਆ ਤੁੜਾ ਕੇ ਅੱਧੇ ਟਕੇ ਆਪ ਰੱਖ ਲਏ ਨੇ ਤੇ ਅੱਧੇ ਲਿਆ ਕੇ ਸਾਨੂੰ ਭੇਟਾ ਕੀਤੇ ਹਨ। ਭਾਈ ਬੁੱਢਾ ਲਿਓ ਨਿਹਾਰੀ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਇੱਧਰ ਵੇਖੋ। ਪੂਰਨ ਤਾਲ ਸਕਲ ਵਿਦ ਹੋਏ। ਇਹ ਸਰੋਵਰ, ਇਹ ਤਾਲ ਪੂਰਾ ਹੋਵੇਗਾ। ਹਿਰਦੇ ਹਮਾਰੇ ਆਏ ਨ ਕੋਏ। ਇਹ ਸਾਡੇ ਮਨ ਵਿੱਚ ਨਹੀਂ ਆਉਂਦਾ ਕਿ ਸਰੋਵਰ ਦੀ ਸੇਵਾ ਪੂਰੀ ਹੋਵੇਗੀ, ਸਾਨੂੰ ਲੱਗਦਾ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਇਹ ਸਰੋਵਰ ਦੀ ਸੇਵਾ ਪੂਰੀ ਹੋਵੇਗੀ, ਇਹ ਸਾਨੂੰ ਲੱਗਦਾ ਨਹੀਂ ਪਿਆ। ਆਦੀ ਭੇਟ ਪ੍ਰਥਮ ਹੀ ਆਈ। ਕਿਉਂਕਿ ਅੱਧੀ ਭੇਟਾ ਪਹਿਲਾਂ ਆਈ ਹੈ ਚੱਲ ਕੇ, ਪਹਿਲਾਂ ਹੀ ਪੂਰਾ ਰੁਪਈਆ ਨਹੀਂ ਆਇਆ, ਅੱਧੀ ਭੇਟਾ ਆਈ ਤੇ ਤੁੜਾ ਕੇ ਉਹਨੇ ਰੱਖ ਲਏ ਨੇ। ਸਾਨੂੰ ਜਾਪਦਾ ਹੈ ਕਿ ਸਰੋਵਰ ਦੀ ਸੇਵਾ ਵੀ ਅੱਧੀ ਹੋਣੀ ਹੈ, ਪੂਰੀ ਨਹੀਂ ਹੋਣੀ ਸਾਡੇ ਕੋਲੋਂ। ਪੂਰੀ ਸੇਵਾ ਬਾਅਦ ਵਿੱਚ ਖਾਲਸੇ ਪੰਥ ਦੇ ਸਮੇਂ 'ਚ ਹੋਵੇਗੀ, ਏਦਾਂ ਸਾਨੂੰ ਪ੍ਰਤੀਤ ਹੋ ਰਿਹਾ ਹੈ। ਆਦੋ ਰਹੇ ਇਹੀ ਲਖ ਪਾਈ। ਏਦਾਂ ਸਾਨੂੰ ਜਾਣਨ ਵਿੱਚ ਆ ਰਿਹਾ ਹੈ ਕਿ ਅੱਧੀ ਸੇਵਾ ਹੀ ਹੋਵੇਗੀ। ਪੁਰਸ਼ੋਤਮ ਕੀ ਜਥਾ ਰਜਾਏ। ਚਲੋ ਇਹਨਾਂ ਜੀਵਾਂ ਦੇ ਸਾਡੇ ਵੱਸ ਵੀ ਕੁਝ ਨਹੀਂ, ਪਰਮਾਤਮਾ ਦਾ ਹੁਕਮ ਹੀ ਐਸਾ ਹੈ। ਅਕਾਲ ਪੁਰਖ ਦੀ ਜਿਵੇਂ ਜੀ ਰਜਾ ਹੋਵੇਗੀ, ਉਸੇ ਤਰ੍ਹਾਂ ਦਾ ਹੁਕਮ ਵਰਤੇਗਾ। ਹੋਏ ਤਥਾ ਨੇ ਅਪਰ ਉਪਾਏ। ਉਹੀ ਹੁੰਦਾ ਜੋ ਉਹਦੀ ਰਜਾ ਹੈ, ਉਹਦਾ ਹੁਕਮ ਹੈ, ਹੋਰ ਕੁਝ ਉਪਾਅ ਨਹੀਂ ਹੋ ਸਕਦਾ। ਕਰ ਅਰਦਾਸ ਤੇ ਹਾਵਲ ਕੇਰੀ। ਚਲੋ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਅਰਦਾਸ ਕਰੋ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਸਿਮਰੇ ਸਭ ਸਤਿਗੁਰ ਤਿਸ ਬੇਰੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਤਿਗੁਰਾਂ ਦੇ ਨਾਂ ਲੈ ਕੇ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਸਾਹਿਬਾਂ ਦੇ ਨਾਂ ਲੈ ਕੇ ਮਹਾਰਾਜ ਜੀ ਦਾ ਨਾਮ ਸਿਮਰਿਆ ਹੈ। ਕਰਿਓ ਮਹੂਰਤ ਖਨਨ ਲਗਾਏ। ਔਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸਭ ਤੋਂ ਪਹਿਲਾ ਟੱਕ ਸ੍ਰੀ ਤਰਨਤਾਰਨ ਸਰੋਵਰ ਦਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਪ ਆਪਣੇ ਹੱਥੀਂ ਟੱਕ ਲਾਇਆ ਹੈ। ਸਿੱਖ ਮਿਹਨਤੀ ਨਰ ਸਮੁਦਾਏ। ਟੱਕ ਲੱਗ ਗਿਆ, ਜਿੰਨੇ ਮਿਹਨਤੀ ਮਜ਼ਦੂਰ ਗੁਰੂ ਕੇ ਸਿੱਖ ਇੱਥੇ ਸਨ, ਸਾਰੇ ਸਰੋਵਰ ਦੀ ਖੁਦਾਈ ਦੇ ਵਿੱਚ ਲੱਗ ਗਏ। ਤੀਰਥ ਕੀ ਸੋ ਹੋਣ ਲਗਕਾਰੀ। ਔਰ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਦੀ ਸੇਵਾ ਪ੍ਰਾਰੰਭ ਹੋ ਗਈ। ਕਾਰੀਗਰ ਬੁਲਾਏ ਮਤ ਭਾਰੀ। ਮਹਾਰਾਜ ਜੀ ਨੇ ਸਰੋਵਰ ਦੀ ਚੜਾਈ ਕਰਾਉਣ ਵਾਸਤੇ, ਆਲੇ ਦੁਆਲਿਓਂ ਪੱਕਿਆਂ ਕਰਾਉਣ ਵਾਸਤੇ ਜਿੰਨੇ ਵੱਡੇ ਵੱਡੇ ਕਾਰੀਗਰ ਮਿਸਤਰੀ ਮਜ਼ਦੂਰ ਸਨ, ਉਹਨਾਂ ਨੂੰ ਬੁਲਾਇਆ ਹੈ। ਈਟਨ ਕੇ ਆਵੇ ਲਗਵਾਏ। ਇੱਟਾਂ ਦੀ ਜ਼ਰੂਰਤ ਪੈਣੀ ਸੀ, ਇੱਟਾਂ ਦੇ ਪੁਜਾਵੇ ਲੱਗ ਗਏ ਨੇ, ਆਵੇ ਲੱਗ ਗਏ ਹਨ। ਚੂਨਾ ਤਿਆਰ ਕਰੇ ਸਮੁਦਾਏ। ਔਰ ਚੂਨਾ ਪੀ ਕੇ ਗੁਰਸਿੱਖ ਚੱਕੀ ਦੇ ਵਿੱਚ ਤਿਆਰ ਕਰਦੇ ਹਨ। ਤਾਲ ਵਿਸਾਲ ਅਰੰਭਨ ਕੀਨਾ। ਇਸ ਤਰ੍ਹਾਂ ਬੜਾ ਵਿਸ਼ਾਲ, ਬੜਾ ਵੱਡਾ ਸਰੋਵਰ ਤਰਨਤਾਰਨ ਸਾਹਿਬ ਦਾ ਮਹਾਰਾਜ ਜੀ ਨੇ ਦੀ ਸੇਵਾ ਆਰੰਭੀ ਹੈ। ਮਨੋ ਮਾਨ ਸਰ ਹੋਏ ਨਵੀਨਾ। ਮਾਨੋ ਸਤਿਗੁਰੂ ਜੀ ਇੱਕ ਨਵਾਂ ਮਾਨ ਸਰੋਵਰ ਰਚਣ ਲੱਗੇ ਹਨ। ਸ਼ਿਲਪੀ ਲਗੇ ਚਿਨਨ ਸੋਪਾਨ। ਜਿੰਨੇ ਮਿਸਤਰੀ ਸਨ, ਉਹ ਸਰੋਵਰ ਦੇ ਆਲੇ ਦੁਆਲੇ ਪਹਿਲਾਂ ਖੁਦਾਈ ਕਰਨ ਤੋਂ ਬਾਅਦ
ਚੜਾਈ ਕਰਨ ਲੱਗੇ ਨੇ, ਪੌੜੀਆਂ ਬਣਾਉਣ ਲੱਗੇ ਹਨ। ਲਾਵੇਂ ਚੂਨੋ ਈਟ ਮਹਾਨ, ਚੂਨਾ ਲਾ ਕੇ ਇੱਟਾਂ ਲਾ ਕੇ ਬੜੇ ਸੋਹਣੇ ਢੰਗ ਦੇ ਨਾਲ ਪੌੜੀਆਂ ਤਿਆਰ ਕਰਦੇ ਹਨ। ਕਯੋ ਮਸੰਦਨ ਸੋ ਗੁਰ ਬੈਨ, ਮਸੰਦਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ, ਕਰਵਾਵੋ ਕਾਰਜ ਸ਼ੁਭ ਦੇਨ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿੰਨਾ ਛੇਤੀ ਹੋ ਸਕੇ ਇਸ ਸੇਵਾ ਨੂੰ ਕਰਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿਗੁਰ ਕੇ ਕਰ ਤੋਟ ਨ ਕਾਈ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵਸਤੂ ਦੀ ਤੋਟ ਨਹੀਂ, ਕੰਜੂਸੀ ਨਹੀਂ ਰੱਖਣੀ ਕਿਸੇ ਪ੍ਰਕਾਰ ਦੀ। ਵਧੀਆ ਢੰਗ ਦੇ ਨਾਲ, ਸੋਹਣੇ ਢੰਗ ਦੇ ਨਾਲ ਸਾਰੀ ਸੇਵਾ ਕਰਾਉਣੀ ਹੈ। ਮਿਹਨਤ ਦਿਓ ਮਜੂਰ ਸਵਾਈ, ਜਿੰਨੇ ਮਜ਼ਦੂਰ ਨੇ ਇੱਥੇ ਕੰਮ ਕਰਨ ਵਾਲੇ, ਜਿੰਨੀ ਉਹਨਾਂ ਦੀ ਮਜ਼ਦੂਰੀ ਰੋਜ਼ ਦੀ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੈ, ਉਹਦੇ ਨਾਲੋਂ ਜ਼ਿਆਦਾ ਮਜ਼ਦੂਰੀ ਦੇਣੀ ਹੈ। ਇਹ ਨਹੀਂ ਕਿ ਕਹਿ ਕੇ ਵੀ ਗੁਰੂ ਘਰ ਦੀ ਸੇਵਾ ਇਹਦੇ ਚ ਤੁਸੀਂ ਥੋੜਾ ਮਜ਼ਦੂਰੀ ਲੈ ਲਓ। ਕਹਿੰਦੇ ਜਿੰਨੀ ਮਜ਼ਦੂਰੀ ਆ ਉਹਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਮਿਹਨਤਾਨਾ ਦੇਣਾ ਕਿ ਉਹ ਗੁਰੂ ਘਰ ਦੇ ਵਿੱਚ ਖੁਸ਼ੀ-ਖੁਸ਼ੀ ਸੇਵਾ ਕਰਨਾ। ਜਿਸ ਤੇ ਹੋਏ ਅਖਿਲ ਏ ਤਾਲ, ਇਹਦੇ ਨਾਲ ਇਹ ਸਾਰਾ ਤਾਲ, ਇਹ ਸਾਰਾ ਸਰੋਵਰ ਬਣ ਕੇ ਤਿਆਰ ਹੋ ਸਕੇ। ਤਥਾ ਕਰੋ ਤੁਮ ਸੁਮਤ ਸੰਭਾਲ, ਉਦਾਂ ਦਾ ਹੀ ਕੰਮ ਤੁਸੀਂ ਆਪਣੀ ਸੁਮਤ ਨੂੰ, ਬੁੱਧੀ ਨੂੰ ਸੰਭਾਲ ਕੇ ਕਰੋ। ਇਸ ਬਿਦ ਹੁਕਮ ਪਾਏ ਗੁਰ ਕੇਰਾ, ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਇਹਨਾਂ ਸਾਰੇ ਮਸੰਦਾਂ ਨੇ ਪ੍ਰਾਪਤ ਕੀਤਾ ਹੈ। ਕਹਿ ਕਹਿ ਕੋ ਨਿਕਰਾਏ ਬਡੇਰਾ, ਔਰ ਆਪ ਕਹਿ ਕਹਿ ਕੇ ਵਿੱਚੋਂ ਗਾਰ ਕਢਾਉਂਦੇ ਨੇ, ਸਰੋਵਰ ਦੇ ਵਿੱਚੋਂ ਮਿੱਟੀ ਦੀ ਖੁਦਾਈ ਕਰਾਉਂਦੇ ਹਨ। ਸ਼ਿਲਪਨ ਤੇ ਸੋ ਕਰਾਵਤ ਰਈ, ਔਰ ਜਿਹੜੇ ਸ਼ਿਲਪਕਾਰ ਨੇ, ਮਿਸਤਰੀ ਨੇ, ਉਹਨਾਂ ਦੇ ਸਿਰ ਤੇ ਖਲੋ ਕੇ ਉਹਨਾਂ ਕੋਲੋਂ ਕੰਮ ਕਰਾਉਂਦੇ ਹਨ। ਚੂਨਾ ਈਟ ਪੁਚਾਵੋ ਕਈ, ਚੂਨਾ ਇੱਟਾਂ ਜੋ ਚਾਹੀਦਾ ਮਿਸਤਰੀਆਂ ਨੂੰ ਉਹਨਾਂ ਦੇ ਕੋਲ ਪਹੁੰਚਦਾ ਕੀਤਾ ਜਾਂਦਾ ਹੈ। ਕਬ ਕਬ ਸ਼੍ਰੀ ਗੁਰ ਦੇਖੇ ਜਾਈ, ਮਸੰਦੀ ਜ਼ਿਆਦਾ ਸੇਵਾ ਕਰਵਾ ਰਹੇ ਨੇ। ਪੰਜਵੇਂ ਪਾਤਸ਼ਾਹ ਵੀ ਕਈ ਵਾਰ ਗੇੜਾ ਮਾਰ ਕੇ ਵੇਖ ਕੇ ਆਉਂਦੇ ਹਨ। ਲਗੇ ਕਾਰਜੈ ਸਿੱਖ ਸਮੁਦਾਈ, ਬਹੁਤ ਸਾਰੇ ਸਿੱਖ, ਬਹੁਤ ਸਾਰੇ ਸੇਵਕ, ਬਹੁਤ ਸਾਰੇ ਮਜ਼ਦੂਰ ਕਾਮੇ ਇਸ ਸੇਵਾ ਵਿੱਚ ਲੱਗੇ ਹੋਏ ਹਨ। ਨਿਜ ਕਲਿਆਣ ਚਾਹੇ ਕਰ ਸੇਵਾ, ਸਾਰੇ ਸੇਵਾ ਕਰਕੇ ਆਪਣੇ ਕਲਿਆਣ ਲੋੜਦੇ ਨੇ। ਸਭ ਦੇ ਦਿਲਾਂ ਵਿੱਚ ਇੱਛਾ ਹੈ ਸੇਵਾ ਕਰਕੇ ਸਾਡੀ ਮੁਕਤੀ ਹੋ ਜਾਏ, ਸਾਡੀ ਬੰਦ ਖਲਾਸੀ ਹੋ ਜਾਵੇ। ਜਿਸ ਤੇ ਹੋਏ ਪ੍ਰਸੰਨ ਗੁਰ ਦੇਵਾ, ਸੇਵਾ ਇਸ ਭਾਵਨਾ ਨਾਲ ਕਰਦੇ ਨੇ ਸਿੱਖ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਗੁਰਦੇਵ ਜੀ ਸਾਡੇ ਤੇ ਖੁਸ਼ ਹੋ ਜਾਣ। ਇਹੋ ਜੇ ਪਿਆਰ ਨਾਲ, ਭਾਵਨਾ ਨਾਲ ਸਿੱਖ ਸੇਵਾ ਕਰਦੇ ਨੇ, ਕਿਉਂਕਿ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਦੋਂ ਗੁਰੂ ਦਾ ਮਨ ਮੰਨ ਜਾਏ, ਗੁਰੂ ਦਾ ਮਨ ਪਤੀਜ ਜਾਏ, ਉਹੀ ਸੇਵਾ ਕੀਤੀ ਸਫਲੀ ਤੇ ਸਕਾਰਥੀ ਹੁੰਦੀ ਹੈ। ਤੋ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ। ਇਸ ਬਿਦ ਕੇਤੇ ਦਿਵਸ ਬਿਤਾਏ, ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਕੁਝ ਦਿਨ ਬਤੀਤ ਕੀਤੇ ਹਨ। ਸ੍ਰੀ ਅਰਜਨ ਉਪਕਾਰ ਕਰਾਏ, ਇਹ ਬੜਾ ਵੱਡਾ ਪਰਉਪਕਾਰ ਹੈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੋ ਜੀਵਾਂ ਤੇ ਕਰ ਰਹੇ ਨੇ। ਪੂਰਬ ਦਿਸ਼ ਕੀ ਬਨੇ ਸੁਪਾਨ, ਖਾਲਸਾ ਜੀ ਸਰੋਵਰ ਦੀ ਜਿਹੜੀ ਪੂਰਬੀ ਬਾਹੀ ਹੈ, ਚੜ੍ਹਦੇ ਵਾਲਾ ਪਾਸਾ ਹੈ, ਉਹ ਚੜ੍ਹਦੇ ਵਾਲੇ ਪਾਸੇ ਦੀਆਂ ਪੌੜੀਆਂ ਬਣ ਰਹੀਆਂ ਹਨ। ਨਰਨ ਪੀਰ ਬੋ ਹੋਏ ਤਿਸ ਖਾਨ, ਬਹੁਤ ਸਾਰੇ ਭੀੜ, ਬਹੁਤ ਸਾਰਾ ਇਕੱਠ ਉਸ ਜਗ੍ਹਾ ਤੇ ਰਹਿੰਦਾ ਹੈ। ਆਵੈ ਸੰਗਤ ਕਾਬਲ ਕੇਰੀ, ਸੰਗਤ ਵੀ ਬੜੀ ਆਉਂਦੀ, ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਨੇ ਸੇਵਾ ਆਰੰਭੀ ਹੋਈ ਹੈ ਤੇ ਸਤਿਗੁਰਾਂ ਦੀ ਇਸ ਸੇਵਾ ਵਿੱਚ ਆਪਣਾ ਆਪਣਾ ਦਸਵੰਧ ਭੇਟਾ ਕਰਨ ਵਾਸਤੇ ਗੁਰਸਿੱਖ ਦੂਰੋਂ ਦੂਰੋਂ ਆਉਂਦੇ ਨੇ। ਕਿੱਥੋਂ? ਕਾਬਲ ਤੋਂ ਬਹੁਤ ਸਾਰੀ ਸੰਗਤ ਚੱਲ ਕੇ ਆਈ ਹੈ। ਬਲਖ ਬੁਖਾਰੇ ਨਗਰ ਕਨੇਰੀ, ਬਲਖ ਤੋਂ, ਬੁਖਾਰੇ ਤੋਂ ਬਹੁਤ ਸਾਰੀਆਂ ਸੰਗਤਾਂ ਆਈਆਂ ਹਨ। ਧੰਨੀ ਕੇਪ ਪਿਸ਼ੋਰ ਜਬਾਸੀ, ਧੰਨੀ ਖੇਪ ਦੇ ਇਲਾਕੇ ਦੀ ਰਹਿਣ ਵਾਲੀ ਸੰਗਤ, ਪਿਸ਼ਾਵਰ ਦੀ ਰਹਿਣ ਵਾਲੀ ਸੰਗਤ, ਪੁਰ ਮੁਲਤਾਨ
ਸ਼ਿਕਾਰ ਪੁਰਾਸੀ ਮੁਲਤਾਨ ਨਗਰ ਦੇ ਰਹਿਣ ਵਾਲੇ ਸਿੱਖ ਸ਼ਿਕਾਰਪੁਰਾ ਉਧਰ ਹੀ ਮੁਲਤਾਨ ਦੇ ਇਲਾਕੇ ਵਿੱਚ ਹੈ। ਉੱਥੋਂ ਦੇ ਬਹੁਤ ਸਾਰੇ ਸਿੱਖ ਇਸ ਸੇਵਾ ਵਿੱਚ ਨਾਲੇ ਧਨ ਕਰਕੇ ਨਾਲੇ ਤਨ ਕਰਕੇ ਸੇਵਾ ਕਰਨ ਵਾਸਤੇ ਆਏ ਨੇ। ਇਤ ਦੱਖਣ ਅਰ ਪੂਰਬ ਕੇਰੀ ਇਧਰ ਦੱਖਣ ਦਿਸ਼ਾ ਚੋਂ ਬਹੁਤ ਸਾਰੀ ਸੰਗਤ ਆਈ ਹੈ। ਦੱਖਣ ਦਿਸ਼ਾ ਚੋਂ ਕੋਈ ਜਗਨਨਾਥਪੁਰੀ ਤੋਂ ਆ ਰਿਹਾ ਹੈ, ਕੋਈ ਉੜੀਸਾ ਤੋਂ ਆ ਰਿਹਾ ਹੈ। ਇਸ ਤਰ੍ਹਾਂ ਬਹੁਤ ਸਾਰੀ ਸੰਗਤ ਇਧਰੋਂ ਆਈ। ਫਿਰ ਇਧਰੋਂ ਪੂਰਬ ਦਿਸ਼ਾ ਵਾਲੇ ਪਾਸਿਓਂ ਸ੍ਰੀ ਪਟਨਾ ਸਾਹਿਬ ਦੇ ਇਲਾਕੇ ਚੋਂ, ਕਾਮਰੂ ਤੋਂ, ਅਸਾਮ ਤੋਂ, ਭੂਟਾਨ ਤੋਂ, ਨੇਪਾਲ ਤੋਂ ਬੇਅੰਤ ਸੰਗਤ ਇੱਧਰ ਵੀ ਰਹਿੰਦੀ ਸੀ। ਬੰਗਾਲ ਤੋਂ, ਢਾਕੇ ਤੋਂ ਬਹੁਤ ਸਾਰੀ ਸੰਗਤ ਚੱਲ ਕੇ ਆਉਂਦੀ ਹੈ। ਸੰਗਤ ਦਰਸ਼ੈ ਆਏ ਬਡੇਰੀ ਆ ਕੇ ਸੰਗਤ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਸ੍ਰੀ ਤਰਨਤਾਰਨ ਸਾਹਿਬ ਕਰਦੀ ਹੈ। ਕਿਤਕ ਦੇਸ਼ ਗਿਨੀਏ ਜਗ ਕੇਰੇ ਕਿੰਨੇ ਕੁ ਦੇਸ਼ਾਂ ਦੀ ਗਿਣਤੀ ਕਰੀਏ ਗੁਰੂ ਖਾਲਸਾ ਜੀ। ਜੇ ਆਵਤ ਗੁਰ ਦਰਸ਼ਨ ਹੇਰੇ ਜਿਹੜੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ। ਤੀਰਥਕਾਰ ਕਰੇ ਸੋ ਆਏ ਤਿਸ ਪਰ ਹੋਵਤ ਖੁਸ਼ੀ ਸਿਵਾਏ। ਜਿਹੜਾ ਮਾਈ ਭਾਈ ਸਰੋਵਰ ਦੀ ਸੇਵਾ ਕਰਦਾ ਹੈ, ਕੋਈ ਧਨ ਕਰਕੇ, ਕੋਈ ਤਨ ਕਰਕੇ, ਕੋਈ ਮਨ ਕਰਕੇ, ਜਿਹੜਾ ਵੀ ਸੇਵਾ ਕਰਦਾ ਉਹਦੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਹੁਤ ਪ੍ਰਸੰਨ ਹੁੰਦੇ ਆ। ਉਹਦੇ ਤੇ ਮਹਾਰਾਜ ਜੀ ਆਪਣੀਆਂ ਬੜੀਆਂ ਭਾਰੀਆਂ ਖੁਸ਼ੀਆਂ ਕਰਦੇ ਹਨ। ਸਤਿਗੁਰ ਕੋ ਰੁਖ ਦੇਖੇ ਜਿਉਂ ਜਿਉਂ ਜਿਵੇਂ ਜਿਵੇਂ ਸਤਿਗੁਰਾਂ ਦਾ ਰੁਖ ਸਿੱਖ ਵੇਖਦੇ ਹਨ, ਖਨੇ ਕਾਰ ਕਰ ਹੈ ਨਰ ਤਿਉ ਤਿਉ ਤਿਵੇਂ ਤਿਵੇਂ ਸਾਰੇ ਸਿੱਖ ਸਰੋਵਰ ਦੀ ਸੇਵਾ ਕਰਦੇ ਹਨ। ਇਸ ਬਿਦ ਕੇਤੇ ਮਾਸ ਬਿਤਾਏ ਇਸ ਪ੍ਰਕਾਰ ਨਾਲ ਕੁਝ ਮਹੀਨੇ ਮਹਾਰਾਜ ਜੀ ਨੇ ਇਸੇ ਤਰ੍ਹਾਂ ਬਤੀਤ ਕੀਤੇ ਸੇਵਾ ਕਰਾਉਂਦਿਆਂ। ਪੂਰਬ ਦਿਸ਼ ਸੋਪਾਨ ਬਣਾਏ ਪੂਰਬ ਦਿਸ਼ੇ ਵਾਲੀਆਂ ਚੜ੍ਹਦੇ ਵਾਲੇ ਪਾਸੇ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਪੌੜੀਆਂ ਬਣ ਕੇ ਤਿਆਰ ਹੋ ਗਈਆਂ। ਕੀਤਕ ਖਨੀ ਭੂਮਕਾ ਤਾਂ ਉਧਰ ਕੁਝ ਜ਼ਮੀਨ ਕੁਝ ਖੋਦ ਕੇ ਤਿਆਰ ਕੀਤੀ ਹੈ ਸਰੋਵਰ ਵਾਸਤੇ। ਗੁਰੂ ਕਾਮ ਤੀਰਥ ਹੋਏ ਮਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਵੱਡਾ ਕਾਰਜ ਹੈ, ਮਹਾਨ ਤੀਰਥ ਬਣ ਕੇ ਤਿਆਰ ਹੋ ਰਿਹਾ ਹੈ। ਦੋਹਰਾ ਦਿਨ ਦਿਨ ਪ੍ਰਤ ਤੀਰਥ ਬਨਤ ਸਤਿਗੁਰ ਕਰੇ ਤਗੀਦ। ਦਿਨ ਪ੍ਰਤੀ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਤੀਰਥ ਬਣ ਕੇ ਤਿਆਰ ਹੋ ਰਿਹਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਤਾਕੀਦ ਕਰ ਕਰਕੇ ਸਰੋਵਰ ਦੀ ਸੇਵਾ ਕਰਵਾਉਂਦੇ ਹਨ। ਆਪ ਆਪਨੇ ਕਾਜ ਕਰ ਸੰਧਿਆ ਹੋਤ ਰਸੀਦ। ਸਾਰੇ ਆਪੋ ਆਪਣੇ ਕਾਰਜ ਵਿੱਚ ਸੇਵਾ ਵਿੱਚ ਲੱਗੇ ਨੇ। ਮਜ਼ਦੂਰ ਸੇਵਾ ਕਰਕੇ ਸ਼ਾਮ ਨੂੰ ਫਿਰ ਆ ਕੇ ਆਪਣੀ ਰਸੀਦ ਪ੍ਰਾਪਤ ਕਰਦੇ, ਯਾਨੀ ਕਿ ਆਪਣੀ ਹਾਜ਼ਰੀ ਲਵਾਉਂਦੇ ਨੇ ਸ਼ਾਮ ਵੇਲੇ ਕਿ ਅਸੀਂ ਅੱਜ ਦੀ ਮਜ਼ਦੂਰੀ ਕਈ ਰੋਜ਼ ਲੈ ਲੈਂਦੇ ਨੇ, ਕੋਈ ਕਹਿੰਦੇ ਜੀ ਅਸੀਂ ਇਕੱਠੀ ਹਫ਼ਤੇ ਦੀ ਲਵਾਂਗੇ, ਕੋਈ ਕਹਿੰਦਾ ਮਹੀਨੇ ਦੀ ਲਵਾਂਗੇ। ਇਸ ਤਰ੍ਹਾਂ ਰੋਜ਼ ਰਸੀਦ ਕਰਕੇ ਪਹੁੰਚ ਕਰਕੇ ਆਪੋ ਆਪਣੀ ਭੇਟਾ ਜਿਹੜੀ ਬਣਦੀ ਹੈ ਮਜ਼ਦੂਰੀ ਦੀ ਉਹ ਲੈਂਦੇ ਹਨ। ਜੋ ਪਾਈ ਨਿਤ ਪ੍ਰਤ ਸਤਿਗੁਰ ਸੁਧ ਸਭ ਲਾਏ। ਨਿਤਾ ਪ੍ਰਤੀ ਸਤਿਗੁਰੂ ਜੀ ਸਾਰਿਆਂ ਦੀ ਸੁਧ ਸਾਰ ਲੈਂਦੇ ਹਨ। ਕਰੋ ਭਲੇ ਤੂਰਨ ਤਿਨ ਕੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹੀ ਕਹਿੰਦੇ, ਭਾਈ ਤੁਸੀਂ ਇਹ ਭਲੀ ਸੇਵਾ ਕਰ ਰਹੇ ਹੋ। ਈਟਨ ਕੇ ਸਮੁਦਾਏ ਪਜਾਵੇ। ਇੱਟਾਂ ਵਾਸਤੇ, ਕਿਉਂਕਿ ਇੱਟਾਂ ਦੀ ਬੜੀ ਜ਼ਿਆਦਾ ਜ਼ਰੂਰਤ ਸੀ, ਇੱਟਾਂ ਵਾਸਤੇ ਮਹਾਰਾਜ ਜੀ ਨੇ ਬਹੁਤ ਸਾਰੇ ਪੁਜਾਵੇ ਲਵਾਏ ਹੋਏ ਨੇ। ਬਹੁ ਨਰ ਲਾਗੇ ਤਿਨੇ ਪਕਾਵੇ। ਸੈਂਕੜੇ ਬੰਦੇ ਤਾਂ ਖਾਲਸਾ ਜੀ ਇੱਟਾਂ ਦੇ ਪੁਜਾਵਿਆਂ ਤੇ ਲੱਗੇ ਹੋਏ ਜਿਹੜੇ ਇੱਟਾਂ ਪਕਾ ਰਹੇ ਹਨ। ਤਹਾਂ ਨੂਰ ਦੀ ਤੁਰਕ ਹੰਕਾਰੀ। ਖਾਲਸਾ ਜੀ ਤਰਨਤਾਰਨ ਸਾਹਿਬ ਤੋਂ ਹੀ ਕੁਝ ਦੂਰੀ ਤੇ ਇੱਕ ਨੂਰਦੀਨ ਖੋਜਾ ਇਹਦਾ ਨਾਂ ਸੀ। ਉਹ ਨੂਰ ਦੀ ਸਰਾਜ ਦੇ ਨਾਂ ਤੇ ਬਣੀ ਹੋਈ, ਜਿੱਥੇ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ ਦਾ ਵੀ ਅਸਥਾਨ ਹੈ।
ਔਰ ਉਹੀ ਨੂਰ ਦੀ ਸਰਾਂ ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਕਥਾ ਲਿਖੀ ਆ, ਉਹਨਾਂ ਦਾ ਵੀ ਪਿੰਡ ਉਹੀ ਹੈ। ਉੱਥੋਂ ਦਾ ਉਹ ਰਹਿਣ ਵਾਲਾ ਸੀ ਨੂਰਦੀਨ, ਉਹਦੇ ਨਾਂ ਤੇ ਹੀ ਉਹ ਨਗਰ ਵਸਿਆ, ਉਹਨੂੰ ਨੂਰ ਦੀ ਸਰਾਂ ਕਹਿੰਦੇ ਹਨ। ਉਸ ਜਗ੍ਹਾ ਦਾ ਉਹ ਰਹਿਣ ਵਾਲਾ ਹੈ। ਸਿਫਤੀ ਪਰਵਦਗਾਰ ਵਿਸਾਰੀ। ਇਹ ਨੂਰਦੀਨ ਤੁਰਕ ਬੜਾ ਹੰਕਾਰੀ ਸੀ। ਰੱਬ ਦੀ ਪ੍ਰਮਾਤਮਾ ਦੀ ਸਿਫਤ ਇਹਦੇ ਆਪਣੇ ਦਿਲੋਂ ਵਿਸਾਰੀ ਹੋਈ ਹੈ। ਉਤੋ ਤਹਾਂ ਤੇ ਕੋਸ 28। ਸ੍ਰੀ ਤਰਨਤਾਰਨ ਸਾਹਿਬ ਤੋਂ ਤਕਰੀਬਨ 2.5 ਕੋਹ ਦੇ ਫਾਸਲੇ ਦੇ ਉੱਤੇ ਇਹ ਰਹਿੰਦਾ ਹੈ। ਜਿਨਵਾਵਤ ਸੋ ਆਪਨ ਸਰਾਈ। ਉਸ ਜਗ੍ਹਾ ਤੇ ਇਹ ਆਪਣੀ ਇੱਕ ਸਰਾਂ ਬਣਵਾ ਰਿਹਾ ਸੀ। ਉਸੇ ਤੋਂ ਫਿਰ ਬਾਅਦ ਵਿੱਚ ਇਸ ਨਗਾਹ ਦਾ ਨਾਂ ਹੀ ਨੂਰ ਦੀ ਸਰਾਂ ਪੈ ਗਿਆ, ਪਿੰਡ ਵਸ ਗਿਆ। ਉੱਥੇ ਇੱਕ ਬੜੀ ਵਧੀਆ ਸਰਾਂ ਜਿਹੜੀ ਸੀ ਇਹ ਆਪਣੇ ਨਾਂ ਤੇ ਤਿਆਰ ਕਰਵਾ ਰਿਹਾ ਸੀ। ਰਹਿਤੋ ਹੁਤੋ ਦਿਲ ਸ਼ੀਰ ਤੀਰ। ਇਹ ਜਿਹੜਾ ਨੂਰਦੀਨ ਸੀ ਇਹ ਬਾਦਸ਼ਾਹ ਦਿੱਲੀ ਦਾ ਖਾਸਮ ਖਾਸ ਸੀ, ਉਹਦੇ ਕੋਲ ਰਹਿੰਦਾ ਸੀ, ਉਹਦਾ ਨਿਕਟਵਰਤੀ ਸੀ। ਜਾਂ ਤੇ ਗਰਬਤ ਮੂਡ ਅਧੀਰ। ਹੁਣ ਬਾਦਸ਼ਾਹ ਨਾਲ ਇਹਦਾ ਮੇਲ ਮਿਲਾਪ ਹੋਣ ਕਰਕੇ ਬੜਾ ਹੰਕਾਰ ਸੀ ਇਹਦੇ ਦਿਲ ਵਿੱਚ, ਬੜੀ ਭਾਰੀ ਹਉਮੈ ਇਹਦੇ ਮਨ ਵਿੱਚ ਸੀ। ਤਿਸ ਕੇ ਚਿੰਤ ਈਟ ਥੁਰ ਗਈ। ਇਹ ਉੱਥੇ ਸਰਾਂ ਬਣਵਾ ਰਿਹਾ ਸੀ ਤੇ ਸਰਾਂ ਬਣਾਉਂਦਿਆਂ ਬਣਾਉਂਦਿਆਂ ਇਹਦੀਆਂ ਇੱਟਾਂ ਘਟ ਗਈਆਂ। ਸਰਾਂ ਦੇ ਵਿੱਚ ਇੱਟਾਂ ਜਿਹੜੀਆਂ ਸਨ ਉਹ ਥੁੜ ਗਈਆਂ। ਕਿਤ ਤੇ ਹਾਥ ਨ ਆਵਤ ਪਈ। ਇਹਨੇ ਬਥੇਰਾ ਆਲੇ ਦੁਆਲੇ ਭੱਜ ਨੱਠ ਕੀਤੀ ਕਿ ਕਿਤੋਂ ਇੱਟਾਂ ਮਿਲ ਜਾਣ, ਪਰ ਕਿਤੋਂ ਇਹਨੂੰ ਇੱਟਾਂ ਨਹੀਂ ਮਿਲੀਆਂ। ਅਟਕ ਰਹੀ ਤਿਸ ਕਾਰ ਉਸਾਰੀ। ਜਿਹੜੀ ਇਹਦੀ ਸਰਾਂ ਦੀ ਉਸਾਰੀ ਦਾ ਕੰਮ ਸੀ ਉਹ ਰੁਕ ਗਿਆ, ਉਹ ਅਟਕ ਗਿਆ। ਖੋਜ ਰਹੇ ਨੈ ਨਿਕਟ ਨਿਹਾਰੀ। ਇਹ ਖੋਜਦਾ ਰਿਹਾ ਪਰ ਨੇੜੇ ਤੇੜੇ ਕਿਤੇ ਨੂੰ ਇੱਟਾਂ ਨਹੀਂ ਮਿਲੀਆਂ। ਤਬ ਕਿਸੋ ਨੇ ਤੈ ਸੋ ਕਹਿਓ। ਫਿਰ ਕਿਸੇ ਚੁਗਲਖੋਰ ਨੇ ਜਾ ਕੇ ਇਹਨੂੰ ਜਾ ਕੇ ਚੁਗਲੀ ਕੀਤੀ, ਦੱਸਿਆ ਨੂਰਦੀਨ ਨੂੰ। ਸੁਨੋ ਕਾਜ ਮੈਂ ਤੁਮਰੋ ਲਇਓ। ਕਹਿਣ ਲੱਗਾ, ਹੇ ਨੂਰਦੀਨ ਸੁਣ, ਮੈਂ ਤੇਰਾ ਕਾਰਜ ਕਰਾਉਣ ਵਿੱਚ ਸક્ષਮ ਹਾਂ। ਤੇਰਾ ਜਿਹੜਾ ਕਾਰਜ ਅਟਕਿਆ ਹੋਇਆ ਸਰਾਂ ਨੂੰ ਬਣਾਉਣ ਦਾ ਇਹ ਪੂਰਾ ਹੋ ਸਕਦਾ ਹੈ। ਸ਼੍ਰੀ ਗੁਰੂ ਰਾਮਦਾਸ ਕੇ ਨੰਦ। ਉਹ ਕਿਵੇਂ ਹੋ ਸਕਦਾ ਸੁਣ। ਆਪਣੇ ਨੇੜੇ ਹੀ ਤਕਰੀਬਨ ਇੱਥੋਂ 2.5 ਕੋਹ ਦੀ ਵਾਟ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਕਰਵਾਵਤ ਹੈ ਤਾਲ ਬਿਲੰਦ। ਉਹ ਇੱਕ ਬੜਾ ਵੱਡਾ ਸਰੋਵਰ ਤਿਆਰ ਕਰਵਾ ਰਹੇ ਨੇ, ਬੜਾ ਵੱਡਾ ਤਾਲ ਲਵਾ ਰਹੇ ਨੇ। ਦਿਨ ਕੇ ਆਵੇ ਪਏ ਤਿਆਰ। ਉਹਨਾਂ ਦੀਆਂ ਇੱਟਾਂ ਦੇ ਆਵੇ ਤਿਆਰ ਹੋ ਕੇ ਉੱਥੇ ਪਏ ਹੋਏ ਨੇ। ਵੱਡੀ ਈਟ ਕਾ ਪਾਕੀ ਸਾਰ। ਔਰ ਵੱਡੀਆਂ ਇੱਟਾਂ ਨੇ, ਆਕਾਰ ਵਿੱਚ ਵੀ ਵੱਡੀਆਂ ਇੱਟਾਂ ਨੇ, ਔਰ ਉਹ ਪੱਕ ਕੇ ਤਿਆਰ ਹੋਈਆਂ ਪਈਆਂ ਮੈਂ ਵੇਖੀਆਂ ਨੇ। ਸੇ ਅਨਵਾਏ ਲਿਓ ਇਸ ਥਾਨ। ਜੇ ਉਹ ਇੱਟਾਂ ਤੂੰ ਮੰਗਵਾ ਕੇ ਇਸ ਜਗ੍ਹਾ ਤੇ ਲੈ ਆਵੇਂ ਤੇ ਤੇਰਾ ਜਿਹੜਾ ਕੰਮ ਅਟਕਿਆ ਹੋਇਆ ਇੱਟਾਂ ਤੋਂ ਬਿਨਾਂ ਇਹ ਪੂਰਾ ਹੋ ਸਕਦਾ ਹੈ। ਸਾਰੇ ਕਾਰ ਤੁਮ ਰੋਹਿਤ ਠਾਨ। ਮੈਂ ਤਾਂ ਤੇਰੇ ਹਿੱਤ ਦੀ ਗੱਲ ਕੀਤੀ ਆ, ਤੇਰਾ ਕੰਮ ਸਵਰ ਸਕਦਾ ਇਸ ਢੰਗ ਦੇ ਨਾਲ ਜੇ ਤੂੰ ਗੁਰੂ ਜੀ ਕੋਲ ਉੱਥੋਂ ਇੱਟਾਂ ਲੈ ਆਵੇ। ਅਪਰ ਨਿਕਟ ਦ੍ਰਿਸ਼ਟੀ ਨੈ ਆਵੇ। ਕਹਿੰਦਾ ਹੋਰ ਤਾਂ ਨੇੜੇ ਤੇੜੇ ਕਿਤੇ ਇੱਟਾਂ ਨਜ਼ਰ ਨਹੀਂ ਆਉਂਦੀਆਂ, ਆਪਾਂ ਸਾਰੇ ਪਾਸੇ ਖੋਜ ਕਰਕੇ ਵੇਖ ਚੁੱਕੇ ਆ, ਕਿਤੋਂ ਵੀ ਇੱਟਾਂ ਨਹੀਂ ਮਿਲ ਸਕੀਆਂ। ਹੁਣ ਤਾਂ ਉਹੀ ਇੱਕ ਜਗ੍ਹਾ ਹੈ, ਗੁਰੂ ਜੀ ਦੇ ਕੋਲੋਂ ਹੀ ਇੱਟਾਂ ਮਿਲ ਸਕਦੀਆਂ। ਦੂਰ ਹੋਏ ਤੋ ਕੌਣ ਸੁਲਿਆਵੇ। ਜੇ ਦੂਰ ਵੀ ਹੁੰਦੀਆਂ ਤਾਂ ਵੀ ਆਪਾਂ ਨੂੰ ਔਖਾ ਹੋਣਾ ਸੀ। ਇਹ ਤਾਂ ਬਿਲਕੁਲ ਆਪਣੇ ਨੇੜੇ 2.5 ਕੋਹ ਦਾ ਪੰਧ ਕਿਹੜਾ ਜ਼ਿਆਦਾ ਹੁੰਦਾ, ਉੱਥੋਂ ਗੱਡਿਆਂ ਤੇ ਲੱਦਾਂਗੇ ਇੱਥੇ ਲੈ ਆਵਾਂਗੇ। ਜੇ ਦੂਰ ਹੁੰਦੀਆਂ ਤੇ ਔਖਾ ਹੋਣਾ ਸੀ। ਖੋਜਾ ਨੂਰ ਦੀਨ ਸੁਨ ਰਹਿਓ। ਨੂਰਦੀਨ ਖੋਜੇ ਨੇ ਜਦੋਂ ਇਹ ਗੱਲ ਸੁਣੀ, ਨਹੀਂ ਬਾਕ ਲਿਆਵਨ ਤਬ ਕਹਿਓ। ਉਸ ਵੇਲੇ ਨਹੀਂ ਇਹਨੇ ਆਖਿਆ ਵੀ ਜਾਓ ਲੈ ਆਓ, ਉਦੋਂ ਨਹੀਂ ਇਹ ਬੋਲਿਆ। ਉਤੋ ਅਮਾਨਤ ਖਾਨ ਪਠਾਨ। ਇੱਕ ਹੋਰ ਇਹਦਾ ਮਿੱਤਰ ਸੀ ਅਮਾਨਤ ਖਾਂ ਪਠਾਨ, ਸੋ ਪੀ ਚਿਨਵਾਵਤ ਇੱਕ ਥਾਨ। ਉਹ ਵੀ ਉੱਥੇ ਨੇੜੇ ਹੀ ਇੱਕ ਜਗ੍ਹਾ ਬਣਵਾ ਰਿਹਾ ਸੀ। ਇਹਦਾ ਮਿੱਤਰ ਸੀ ਨੂਰਦੀਨ ਦਾ, ਉਹਦਾ ਨਾਂ ਸੀ ਅਮਾਨਤ ਖਾਨ।
ਉਹ ਵੀ ਉੱਥੇ ਨੇੜੇ ਕੋ ਆਪਣਾ ਮਕਾਨ ਬਣਾ ਰਿਹਾ ਸੀ। ਹੁਤੋ ਤਰਨ ਤਾਰਨ ਜੀ ਨੇਰੇ, ਉਹ ਵੀ ਤਰਨ ਤਾਰਨ ਸਾਹਿਬ ਦੇ ਬਿਲਕੁਲ ਨੇੜੇ ਹੀ ਕਿਤੇ ਆਪਣੀ ਜਗ੍ਹਾ ਬਣਾ ਰਿਹਾ ਸੀ। ਜੈਤ ਈਟ ਕਾ ਚਿਨਨ ਕਨੇਰੇ, ਇੱਟਾਂ ਉਹਦੀਆਂ ਵੀ ਥੁੜ ਗਈਆਂ, ਉਹਨੂੰ ਵੀ ਇੱਟਾਂ ਚਾਹੀਦੀਆਂ ਸੀ। ਇੱਟਾਂ ਦੀ ਬਹੁਤ ਜ਼ਿਆਦਾ ਕਮੀ ਸਾਰੇ ਪਾਸੇ, ਇੱਟਾਂ ਕਿਤੋਂ ਉਹਨੂੰ ਵੀ ਨਹੀਂ ਸੀ ਮਿਲ ਰਹੀਆਂ। ਗ੍ਰਾਮ ਨੁਰੰਗਾਬਾਦ ਮਜਾਰ, ਇਹਦਾ ਪਿੰਡ ਸੀ ਨਰੰਗਾਬਾਦ। ਨਰੰਗਾਬਾਦ ਜਿਹੜਾ ਪਿੰਡ ਹੈ, ਰਾਹਤ ਬਸਤ ਤਨਾੜ ਉਧਾਰ, ਉੱਥੇ ਬੜੇ ਬੜੇ ਵੱਡੇ ਜ਼ਿਮੀਂਦਾਰ ਵਸਦੇ ਸਨ। ਜਿਸ ਕੋ ਬੂਜਨ ਕੀਨ ਪਠਾਨ, ਨਰੰਗਾਬਾਦੀਆਂ ਨੂੰ, ਨਰੰਗਾਬਾਦ ਬਾਬਾ ਵੀਰ ਸਿੰਘ ਜੀ ਦਾ ਵੀ ਅਸਥਾਨ ਹੈ। ਸ਼ਹੀਦ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਬੜੇ ਮਹਾਂਪੁਰਸ਼ ਹੋਏ। ਉਸੇ ਪਿੰਡ ਦੇ ਕੁਝ ਜ਼ਿਮੀਂਦਾਰ ਸਨ। ਉਸ ਪਿੰਡ ਦੇ ਲੋਕਾਂ ਨੂੰ ਸੱਦ ਕੇ ਅਮਾਨਤ ਖਾਂ ਪੁੱਛਣ ਲੱਗਾ, ਕਿਤ ਤੇ ਆਏ ਈਟ ਕਾ ਪਾਨ, ਕਹਿੰਦਾ ਵੀ ਤੁਸੀਂ ਇੱਥੋਂ ਦੇ ਇਲਾਕੇ ਦੇ ਰਹਿਣ ਵਾਲੇ ਹੋ, ਦੱਸੋ ਵੀ ਮੈਨੂੰ ਇੱਟਾਂ ਕਿੱਥੋਂ ਮਿਲ ਸਕਦੀਆਂ, ਮੈਨੂੰ ਇੱਟਾਂ ਕਿੱਥੋਂ ਪ੍ਰਾਪਤ ਹੋ ਸਕਦੀਆਂ, ਦੱਸੋ। ਮੈਂ ਸਰਾਏ ਅਬ ਲਾਗ ਬਣਾਵਨ, ਮੈਂ ਵੀ ਸਰਾਂ ਬਣਾ ਰਿਹਾ ਇੱਥੇ, ਤੇ ਸਰਾਂ ਬਣਾਉਣ ਵਾਸਤੇ ਬਹੁਤੀਆਂ ਇੱਟਾਂ ਦੀ ਜ਼ਰੂਰਤ ਹੈ। ਬਾਦਸ਼ਾਹ ਕੀ ਨਸ ਫੁਰਮਾਵਨ, ਔਰ ਮੈਂ ਇਹ ਸਰਾਂ ਬਾਦਸ਼ਾਹ ਦੇ ਕਹਿਣ ਤੇ ਬਣਾ ਰਿਹਾ। ਸਭ ਉਮਰਾਵਨ ਕੋ ਦੀਏ ਥਾਨ, ਬਾਦਸ਼ਾਹ ਨੇ ਆਪਣੇ ਸਾਰੇ ਅਫਸਰਾਂ ਨੂੰ ਜਗ੍ਹਾ ਦਿੱਤੀ ਹੋਈ ਆ ਵੀ ਇਸ ਜਗ੍ਹਾ ਤੇ ਤੂੰ ਸਰਾਂ ਬਣਾਉਣੀ ਹੈ, ਇਸ ਤੇ ਤੂੰ ਬਣਾਉਣੀ ਹੈ। ਉਹ ਸਰਾਵਾਂ ਲੋਕਾਂ ਦੇ ਸੁੱਖ ਵਾਸਤੇ ਅਸੀਂ ਬਣਾਉਣੀਆਂ ਨੇ, ਤੇ ਉਹ ਬਾਦਸ਼ਾਹ ਦੇ ਕਹਿਣ ਦੇ ਨਾਲ ਅਸੀਂ ਸਾਰੇ ਸਰਾਵਾਂ ਬਣਾ ਰਹੇ ਹਾਂ। ਨਿਜ ਨਾਮਨ ਪਰ ਕਰੇ ਮਕਾਨ, ਔਰ ਉਹ ਸਰਾਵਾਂ ਅਸੀਂ ਆਪਣੇ ਨਾਂ ਤੇ ਬਣਾਉਣੀਆਂ ਨੇ, ਅਸੀਂ ਆਪਣਾ ਨਾਂ ਉਜਾਗਰ ਕਰਨਾ ਚਾਹੁੰਦੇ ਹਾਂ ਉਹ ਸਰਾਵਾਂ ਬਣਾ ਕੇ। ਨੂਰ ਦੀਨ ਖੋਜੇ ਟਿਕ ਜਾਏ, ਆਖਰਕਾਰ ਇਹ ਨੂਰਦੀਨ ਖੋਜੇ ਕੋਲ ਪਹੁੰਚੇ। ਦੇਹ ਈਟ ਕਹਿ ਦੇਹ ਬਤਾਏ, ਕਹਿਣ ਲੱਗਾ ਵੀ ਉਹਦੇ ਕੋਲ ਜਾਓ, ਨੂਰਦੀਨ ਕੋਲੋਂ, ਇੱਥੋਂ ਦਾ ਰਹਿਣ ਵਾਲਾ ਹੈ, ਉਹਦੇ ਕੋਲ ਜਾ ਕੇ ਉਹਨੂੰ ਕਹੋ ਵੀ ਉਹ ਸਾਨੂੰ ਇੱਟਾਂ ਦੇਵੇ ਕਿਸੇ ਤਰੀਕੇ ਨਾਲ। ਸੁਨਤ ਚੌਧਰੀ ਕਰ ਐਲਾਦ, ਨਰੰਗਾਬਾਦ ਦਾ ਰਹਿਣ ਵਾਲਾ ਚੌਧਰੀ ਉਸ ਵੇਲੇ ਬੜੀ ਖੁਸ਼ੀ ਨਾਲ ਅਮਾਨਤ ਖਾਂ ਦੀ ਗੱਲ ਸੁਣ ਕੇ, ਗ੍ਰਾਮ ਜੋ ਬਸੇ ਨੁਰੰਗਾਬਾਦ, ਜੋ ਨਰੰਗਾਬਾਦ ਦਾ ਰਹਿਣ ਵਾਲਾ ਸੀ, ਇਸਕੇ ਆਏ ਈਟ ਕਾ ਹਾਥ, ਉਹ ਕਹਿਣ ਲੱਗਾ ਵੀ ਇਹ ਨੂਰਦੀਨ ਦੇ ਕੋਲ ਹੋ ਸਕਦਾ ਵੀ ਇੱਟਾਂ ਹੋਣ। ਮੈਂ ਪੀ ਲੈਉ ਇੱਛਤ ਸਾਥ, ਉਹਦੇ ਕੋਲ ਜਾ ਕੇ ਪੁੱਛਦੇ ਆਂ ਵੀ ਸ਼ਾਇਦ ਨਾਲ ਹੀ ਲੋੜ ਮੂਜਬ ਮੈਂ ਵੀ ਉਹਦੇ ਕੋਲੋਂ ਲੈ ਲਵਾਂਗਾ। ਸੁਨ ਕੇ ਨੂਰਦੀਨ ਟਿਕ ਗਇਓ, ਚੌਧਰੀ ਉਸ ਵੇਲੇ ਨੂਰਦੀਨ ਕੋਲ ਪਹੁੰਚਿਆ, ਜਹਾਂ ਸਰਾਏ ਚਿਨਾਵਤ ਪਇਓ, ਜਿੱਥੇ ਉਹ ਆਪਣੀ ਸਰਾਂ ਚੜਵਾ ਰਿਹਾ ਸੀ, ਬਣਵਾ ਰਿਹਾ ਸੀ। ਕਈ ਅਮਾਨਤ ਖਾਂ ਕੀ ਬਾਤ, ਔਰ ਅਮਾਨਤ ਖਾਂ ਦੀ ਗੱਲ ਆ ਕੇ ਉਹਨੇ ਨੂਰਦੀਨ ਨੂੰ ਸੁਣਾਈ ਕਿ ਅਮਾਨਤ ਖਾਂ ਨੂੰ ਇੱਟਾਂ ਚਾਹੀਦੀਆਂ ਹਨ। ਸੁਨ ਕੇ ਬੋਲਿਓ ਸਮ ਮੁਸਕਾਤ, ਤੇ ਨੂਰਦੀਨ ਅੱਗੋਂ ਹੱਸ ਪਿਆ, ਮੁਸਕਰਾ ਕੇ ਅੱਗੋਂ ਹੱਸ ਕੇ ਬੋਲਿਆ, ਹਮਕੋ ਤੁਮ ਤੇ ਚਾਹ ਕਨੇਰੀ, ਉਹ ਕਹਿੰਦਾ ਅਮਾਨਤ ਖਾਂ ਨੂੰ ਚਾਹੀਦੀਆਂ ਨੇ, ਮੈਨੂੰ ਤੇ ਉਹਦੇ ਨਾਲੋਂ ਵੀ ਜ਼ਿਆਦਾ ਚਾਹੀਦੀਆਂ ਨੇ, ਉਹਨੂੰ ਤਾਂ ਹਾਲੇ ਘੱਟ ਚਾਹੀਦੀਆਂ ਹੋਣੀਆਂ ਨੇ, ਮੈਨੂੰ ਉਹਦੇ ਨਾਲੋਂ ਵੀ ਦੂਣੀਆਂ ਚਾਹੀਦੀਆਂ ਹਨ। ਕਰੇ ਟੋਰ ਬੋਥਾਨ ਨਹਿਰੀ, ਮੈਂ ਤਾਂ ਆਪ ਲੱਭਦਾ ਫਿਰਦਾ, ਕਈ ਥਾਵਾਂ ਤੇ ਭਾਲ ਕਰਕੇ ਵੇਖ ਲਿਆ। ਸ਼੍ਰੀ ਅਰਜਨ ਗੁਰਿੰਦ ਵਿਸਾਲ, ਇੱਕ ਜਗ੍ਹਾ ਤੇ ਮੈਨੂੰ ਕਿਸੇ ਨੇ ਦੱਸ ਪਾਈ ਹੈ ਜੇ ਇੱਟਾਂ ਮਿਲ ਸਕਦੀਆਂ ਨੇ, ਤੇ ਉਹ ਨੇ ਗੁਰੂ ਅਰਜਨ ਦੇਵ ਸਾਹਿਬ ਕੋਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਨੇੜੇ ਸਰੋਵਰ ਦੀ ਸੇਵਾ ਆਰੰਭੀ ਹੋਈ ਹੈ। ਸੋ ਕਰਵਾਵਤ ਏਠਾਂ ਤਾਲ, ਇਸ ਜਗ੍ਹਾ ਤੇ ਇੱਕ ਬੜਾ ਵੱਡਾ ਤਾਲ ਉਹ ਬਣਵਾ ਰਹੇ ਨੇ, ਉਹਨਾਂ ਨੇ ਬੜੀਆਂ ਇੱਟਾਂ ਦੇ ਪੁਜਾਵੇ ਲਾਏ ਹੋਏ ਨੇ। ਆਵੇ ਤਿਨੋ ਬ੍ਰਿੰਦ ਲਗਵਾਏ, ਸੈਂਕੜਿਆਂ ਦੇ ਹਿਸਾਬ ਨਾਲ ਆਵੇ ਲੱਗੇ ਹੋਏ ਇੱਟਾਂ ਉਹਨਾਂ ਵਿੱਚ ਪੱਕੀਆਂ ਹੋਈਆਂ ਤਿਆਰ ਪਈਆਂ ਹਨ। ਵੱਡੀ ਈਟ ਅਰ ਭਲੇ ਪਕਾਏ, ਨਾਲੇ ਵੱਡੀਆਂ ਇੱਟਾਂ ਨੇ, ਮੋਟੀਆਂ ਇੱਟਾਂ ਨੇ ਵੱਡੀਆਂ, ਤੇ ਨਾਲੇ ਬੜੀਆਂ ਮਜ਼ਬੂਤ ਤੇ ਪੱਕੀਆਂ ਹਨ। ਖਾਨ ਕਾਜ ਅਰ ਹੋਏ ਹਮਾਰੋ, ਕਹਿੰਦਾ ਇਹ ਤਾਂ ਵਧੀਆ ਕੰਮ ਹੈ, ਦੋਵੇਂ ਰਲ ਜਾਂਦੇ ਆ, ਨਾਲੇ ਅਮਾਨਤ ਖਾਂ ਦਾ ਕੰਮ ਹੋ ਜਾਏਗਾ, ਨਾਲੇ ਮੇਰਾ ਵੀ ਕੰਮ ਸਰ ਜਾਏਗਾ। ਮੈਨੂੰ ਵੀ ਇੱਟਾਂ ਚਾਹੀਦੀਆਂ ਨੇ, ਅਮਾਨਤ ਖਾਂ ਨੂੰ ਵੀ ਚਾਹੀਦੀਆਂ ਨੇ, ਦੋਨਾਂ ਦਾ ਕੰਮ ਹੋ ਸਕਦਾ ਹੈ। ਮਿਲ ਕੇ ਲਿਓ ਨ ਕਰੇ ਪੁਕਾਰੋ, ਆਪਾਂ ਮਿਲ ਕੇ ਚੱਲ ਕੇ ਉੱਥੋਂ ਉਹਨਾਂ ਦੀਆਂ ਇੱਟਾਂ ਚੁੱਕ ਲਿਆਈਏ ਗੁਰੂ ਜੀ ਦੇ ਕੋਲੋਂ। ਇਸ ਢੰਗ ਨਾਲ ਲਿਆਈਏ ਕਿ ਗੁਰੂ ਜੀ ਕਿਤੇ ਬਾਦਸ਼ਾਹ ਕੋਲ ਜਾ ਕੇ ਸਾਡੀ ਸ਼ਿਕਾਇਤ ਨਾ ਕਰਨ,
ਇਹ ਵੀ ਧਿਆਨ ਰੱਖਣਾ ਹੈ ਕਿ ਕਿਤੇ ਉਹ ਬਾਦਸ਼ਾਹ ਕੋਲ ਜਾ ਕੇ ਸਾਡੀ ਪੁਕਾਰ ਨਾ ਕਰ ਦੇਣ। ਦੇਓ ਉਧਾਰੀ ਕਹਿ ਕਹਿ ਲਿਓ, ਇਹ ਕਹਿ ਕੇ ਇੱਟਾਂ ਲੈ ਆਓ ਵੀ ਸਾਨੂੰ ਉਧਾਰੀਆਂ ਚਾਹੀਦੀਆਂ ਨੇ। ਮੁੜ ਕੇ ਉਧਾਰ ਦੀ ਕਿਹੜਾ ਮਾਂ ਹੁੰਦੀ ਹੈ, ਜਦੋਂ ਦੇਣਾ ਕਿ ਨਹੀਂ ਦੇਣਾ ਫਿਰ ਤਾਂ ਸਾਡੀ ਮਰਜ਼ੀ ਹੈ। ਕਹਿੰਦੇ ਫਿਰ ਉਧਾਰ ਕਹਿ ਕੇ ਉਹਨਾਂ ਦੇ ਕੋਲੋਂ ਚੁੱਕ ਲਿਆਓ। ਜਬਰੀ ਤੁਮ ਸੋ ਕਰੇ ਨਾ ਕੇਹੋ, ਔਰ ਇਹ ਵੀ ਕਹਿ ਦਿਓ ਜੀ ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰ ਰਹੇ, ਸਾਨੂੰ ਤਾਂ ਜ਼ਰੂਰਤ ਹੈ, ਉਧਾਰੀਆਂ ਲੈ ਕੇ ਚੱਲੇ ਆ। ਇਮ ਮਸਲਤ ਕਰ ਆਪਸ ਮਾਈ, ਇਹ ਤਾਂ ਖੋਜੇ ਨੂਰਦੀਨ ਨੇ ਔਰ ਅਮਾਨਤ ਖਾਨ ਨੇ ਰਲ ਕੇ ਸਲਾਹ ਕੀਤੀ ਹੈ। ਫਿਰਤ ਚੌਧਰੀ ਨੇ ਠਹਿਰਾਈ, ਉਹ ਜਿਹੜਾ ਚੌਧਰੀ ਸੀ ਨਰੰਗਾਬਾਦ ਦਾ ਰਹਿਣ ਵਾਲਾ, ਉਹ ਦੋਵੇਂ ਪਾਸੇ ਫਿਰ ਕੇ ਇਸ ਤਰ੍ਹਾਂ ਉਹਨੇ ਸਾਰਿਆਂ ਦੀ ਸਲਾਹ ਕਰਵਾਈ। ਆਏ ਵੈਰ ਤੇ ਲਿਏ ਪਜਾਵੇ, ਇਹ ਤਰਨਤਾਰਨ ਸਾਹਿਬ ਪਹੁੰਚ ਗਏ ਗੱਡੇ ਲੈ ਕੇ। ਗੁਰੂ ਸਾਹਿਬ ਕੋਲ ਅੰਦਰ ਨਹੀਂ ਗਏ, ਮਹਾਰਾਜ ਜੀ ਨੂੰ ਬੇਨਤੀ ਕਰਨ ਕਿ ਸਤਿਗੁਰੂ ਜੀ ਸਾਨੂੰ ਇੱਟਾਂ ਚਾਹੀਦੀਆਂ। ਬੇਨਤੀ ਕਰਕੇ ਮੰਗ ਕੇ ਲੈ ਲੈਂਦੇ, ਸਤਿਗੁਰੂ ਜੀ ਦੇ ਵੀ ਦਿੰਦੇ। ਪਰ ਇਹਨਾਂ ਨੇ ਬਾਹਰ ਜਾ ਕੇ ਜਿੱਥੇ ਪੁਜਾਵੇ ਲੱਗੇ ਸੀ ਉੱਥੇ ਗੱਡੇ ਲਾ ਲਏ ਤੇ ਇੱਟਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਗੱਡਿਆਂ 'ਚ। ਜਿਹੜੇ ਉੱਥੇ ਸੇਵਕ ਸਨ ਉਹਨਾਂ ਨੂੰ ਕਹਿੰਦੇ ਉਧਾਰੀਆਂ ਲੈ ਕੇ ਚੱਲਿਆ, ਦੇ ਜਾਾਂਗੇ ਕਹਿ ਕੇ, ਇਦਾਂ ਕਹਿ ਕੇ ਉਹ ਇੱਟਾਂ ਚੁੱਕ ਚੁੱਕ ਕੇ ਗੱਡਿਆਂ ਤੇ ਲੱਦਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ। ਨਿਜ ਨਿਜ ਗ੍ਰਾਮਨ ਈਟ ਟੁਆਵੇ, ਆਪਣੇ ਆਪਣੇ ਪਿੰਡਾਂ ਨੂੰ ਇਹਨਾਂ ਨੇ ਇੱਟਾਂ ਢਵਾਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖ ਕੁਲਾਲ ਆਏ ਗੁਰ ਪਾਸ, ਜਿਹੜੇ ਉਹ ਘੁਮਿਆਰ ਸਿੱਖ ਸਨ, ਜਿਹੜੇ ਇੱਟਾਂ ਬਣਾਉਂਦੇ ਸਨ ਜਾਂ ਇੱਟਾਂ ਪਕਾਉਂਦੇ, ਘੁਮਿਆਰਾਂ ਦਾ ਕੰਮ ਸੀ। ਉਹਨਾਂ ਨੇ ਜਦੋਂ ਵੇਖਿਆ ਵੀ ਇਹ ਤਾਂ ਇੱਟਾਂ ਚੁੱਕ ਚੁੱਕ ਕੇ ਲਿਜਾਈ ਜਾਂਦੇ ਨੇ, ਉਸ ਵਕਤ ਫਿਰ ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ। ਹਾਥ ਜੋੜ ਕੀਨਸ ਅਰਦਾਸ, ਉਹਨਾਂ ਘੁਮਿਆਰ ਸਿੱਖਾਂ ਨੇ ਆ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਅਰਦਾਸ ਕੀਤੀ। ਤੁਰਤ ਸਮੂਹ ਵਹਿਰ ਚੱਲ ਆਏ, ਕਹਿਣ ਲੱਗੇ ਮਹਾਰਾਜ ਬਹੁਤ ਸਾਰੇ ਤੁਰਕ ਬਾਹਰ ਚੱਲ ਕੇ ਆਏ ਹੋਏ ਨੇ, ਹੁਕਮ ਕਰਤ ਹਮ ਸਾਥ ਅਲਾਏ। ਉਹ ਸਾਡੇ ਨਾਲ ਹੁਕਮ ਕਰਦੇ ਆ ਇਸ ਤਰ੍ਹਾਂ ਬੋਲੇ, ਕਹਿੰਦੇ ਹਨ ਨੂਰੋ ਦੀਨ ਅਮਾਨਤ ਖਾਨ, ਉਹ ਕਹਿੰਦੇ ਨੂਰਦੀਨ ਤੇ ਅਮਾਨਤ ਖਾਨ ਨੇ, ਦੋਨੋਂ ਨਿਕਟ ਚਿਨਾਏ ਮਕਾਨ। ਉਹ ਇੱਥੇ ਤੁਹਾਡੇ ਨੇੜੇ ਦੋ ਸਰਾਵਾਂ ਬਣਾ ਰਹੇ ਨੇ, ਉਹਨਾਂ ਨੂੰ ਇਹਨਾਂ ਇੱਟਾਂ ਦੀ ਜ਼ਰੂਰਤ ਹੈ। ਜਾਏ ਈਟ ਕਾ ਤਿਨ ਕੋ ਪਈ, ਉਹਨਾਂ ਨੂੰ ਇੱਟਾਂ ਦੀ ਇੱਛਾ ਹੋਈ ਕਿਉਂਕਿ ਇੱਟਾਂ ਤੋਂ ਬਿਨਾਂ ਉਹਨਾਂ ਦਾ ਕੰਮ ਰੁਕਿਆ ਹੋਇਆ ਹੈ। ਪਰ ਉਧਾਰ ਤੁਮ ਤੇ ਹਮ ਲਈ, ਉਹਰੇ ਇੱਟਾਂ ਅਸੀਂ ਤੁਹਾਡੇ ਕੋਲੋਂ ਉਧਾਰ ਲੈ ਕੇ ਚੱਲੇ ਆ, ਜਦੋਂ ਬਣਾਣਗੇ ਤੁਹਾਨੂੰ ਵਾਪਸ ਕਰ ਦੇਣਗੇ। ਜਿਮ ਕਹਿ ਲਗੇ ਲਦਾਵਨ ਗਾਡੇ, ਮਹਾਰਾਜ ਇਦਾਂ ਕਹਿ ਕੇ ਸਾਡੇ ਤੋਂ ਕਹਿ ਕੇ ਉਹ ਗੱਡੇ ਉੱਤੇ ਇੱਟਾਂ ਲੱਦਣ ਲੱਗੇ ਹਨ। ਗਿਣਤੀ ਮਿਨਤੀ ਦੀਨਸ ਛਾੜੇ, ਚਲੋ ਮਹਾਰਾਜ ਅਸੀਂ ਫਿਰ ਵੀ ਸਬਰ ਕਰ ਲਿਆ ਵੀ ਉਧਾਰ ਲੈ ਕੇ ਚੱਲੇ ਨੇ, ਕੋਈ ਗੱਲ ਨਹੀਂ। ਮਹਾਰਾਜ ਉਹ ਤਾਂ ਗਿਣਤੀ ਨਹੀਂ ਪਏ ਕਰਦੇ, ਚੁੱਕ ਚੁੱਕ ਸੱਟੀ ਜਾਂਦੇ ਨੇ ਗੱਡਿਆਂ 'ਚ ਬਿਨਾਂ ਗਿਣਤੀ ਮਿਣਤੀ ਤੋਂ। ਮਹਾਰਾਜ ਜੀ ਇਹਦਾ ਮਤਲਬ ਉਹਨਾਂ ਦੀ ਨੀਅਤ ਵਿੱਚ ਖੋਟ ਹੈ। ਜੇ ਤੇ ਗਿਣਤੀ ਕਰਕੇ ਲੈਣ ਇਮਾਨਦਾਰੀ ਨਾਲ ਫਿਰ ਹੋ ਸਕਦਾ ਵੀ ਵਾਪਸ ਕਰ ਦੇਣਗੇ, ਪਰ ਮਹਾਰਾਜ ਉਹ ਤਾਂ ਬਿਨਾਂ ਗਿਣਤੀ ਮਿਣਤੀ ਤੋਂ ਹੀ ਗੱਡੇ ਭਰੀ ਜਾ ਰਹੇ ਨੇ। ਸੁਨ ਬੋਲੇ ਸ਼੍ਰੀ ਅਰਜਨ ਨਾਥ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ, ਹਮਕੋ ਕਿਆ ਹੈ ਗਿਣਤੀ ਸਾਥ। ਮਹਾਰਾਜ ਜੀ ਕਹਿੰਦੇ ਸਾਨੂੰ ਕੀ ਵੀ ਗਿਣਤੀ ਮਿਣਤੀ ਨਾਲ ਨਹੀਂ ਕਰਦੇ, ਗਿਣਤੀ ਨਾ ਕਰਨ। ਜਹਾਂ ਈਟ ਕਾ ਲਗੇ ਹਮਾਰੀ, ਸਾਡੇ ਘਰ ਦੀਆਂ ਇੱਟਾਂ ਇਹ ਜਿੱਥੇ ਜਾ ਕੇ ਲੱਗਣਗੀਆਂ, ਤਾਂ ਕੀ ਲਿਆਵੇ ਜੜਾਂ ਉਖਾਰੀ। ਉਥੋਂ ਦੀਆਂ ਜੜਾਂ ਪੁੱਟ ਕੇ ਵੀ ਇੱਟਾਂ ਵਾਪਸ ਲੈ ਆਉਣਗੀਆਂ। ਜਿੱਥੇ ਜਾ ਕੇ ਲੱਗਣਗੀਆਂ ਉੱਥੋਂ ਦੀਆਂ ਜੜਾਂ ਇਹ ਤਾਂ ਵਿਆਜ ਸਮੇਤ ਆਉਣਗੀਆਂ ਨਾ, ਫਿਕਰ ਨਾ ਕਰੋ। ਜਿੰਨੀਆਂ ਚੱਲੀਆਂ ਨੇ ਨਾ ਦੁੱਗਣੀਆਂ ਚੱਲ ਕੇ ਆਉਣਗੀਆਂ ਉੱਥੋਂ। ਸਰਬ ਕੋਟ ਚੋਂ ਗਿਰਦ ਵਿਸਾਲਾ, ਜਿੰਨਾ ਵੱਡਾ ਕਿਲਾ ਇਹਨਾਂ ਇੱਟਾਂ ਦੇ ਨਾਲ ਹੋਰ ਕਿਲਾ ਬਣਿਆ ਹੋਇਆ ਹੈ। ਟੈ ਆਵੇ ਇਹ ਥਾਂ ਜਿਸ ਕਾਲਾ, ਉਹ ਦੋਵੇਂ ਕਿਲੇ ਢਹਿ ਕੇ ਇਸੇ ਜਗ੍ਹਾ ਤੇ ਆਉਣਗੇ। ਔਰ ਉਹ ਜਿਹੜੀਆਂ ਸਰਾਵਾਂ ਬਣਾ ਰਹੇ ਨੇ ਉਹਦੀ ਕੱਲੀ ਕੱਲੀ ਇੱਟ, ਨੀਹਾਂ ਦੀਆਂ ਵੀ ਜਿਹੜੀਆਂ ਇੱਟਾਂ ਨੇ ਉਹ ਇਸ ਸਰੋਵਰ ਦੇ ਵਿੱਚ ਆ ਕੇ ਪਰਕਰਮਾਂ 'ਚ ਲੱਗਣਗੀਆਂ। ਮਹਾਰਾਜ ਜੀ ਨੇ ਬਚਨ ਕੀਤਾ, ਤਬ ਇਹ ਪੂਰਨ ਹੋਏ ਤੜਾਗ। ਉਸ ਵੇਲੇ ਫਿਰ ਇਹ ਸਰੋਵਰ ਪੂਰਾ ਹੋਵੇਗਾ। ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਸਰੋਵਰ ਪੂਰਾ ਨਹੀਂ ਹੋਣਾ, ਇਹ ਸੇਵਾ ਦੀ ਰਹਿ ਜਾਣੀ। ਉਦੋਂ ਫਿਰ ਇਹ ਸਰੋਵਰ ਪੂਰਾ ਹੋਵੇਗਾ। ਕਰੇ ਸਿੱਖ ਮੇਰੋ ਵੱਡ ਭਾਗ, ਮੇਰੇ ਵੱਡੇ ਭਾਗਾਂ ਵਾਲੇ ਸਿੱਖ ਉਹ ਇਹ ਸੇਵਾ ਆਪ ਕਰਨਗੇ। ਖਾਲਸਾ ਜੀ
1823 ਸੰਮਤ ਬਿਕਰਮੀ ਚ ਸਰਦਾਰ ਖੁਸ਼ਹਾਲ ਸਿੰਘ ਫੈਜ਼ਲਪੁਰੀਆ ਉਹਨਾਂ ਦੀ ਮਿਸਲ ਦੇ ਵਿੱਚੋਂ ਅੱਗੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ, ਜੋਧ ਸਿੰਘ ਜੀ ਰਾਮਗੜੀਏ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਪੂਰੇ ਕੀਤੇ। ਜਦੋਂ ਕਸੂਰ ਮਾਰ ਕੇ ਲਿਆਏ ਤਕਰੀਬਨ 2 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਆਪਣੇ ਉਸ ਖਜ਼ਾਨੇ ਦੇ ਵਿੱਚੋਂ ਖਰਚ ਕੇ ਸ੍ਰੀ ਤਰਨਤਾਰਨ ਸਾਹਿਬ ਦੀ ਸਰੋਵਰ ਦੀ ਸੇਵਾ ਕਰਵਾਈ ਸੀ। ਗੁਰੂ ਸਾਹਿਬ ਦਾ ਬਚਨ ਪੂਰਾ ਹੋਇਆ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਜਿਹੜੀ ਹੁਣ ਸੇਵਾ ਹੋਈ ਹੈ, ਦਰਬਾਰ ਸਾਹਿਬ ਬਣਿਆ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਨੇ ਬਣਵਾਇਆ। ਸੋ ਇਸ ਪ੍ਰਕਾਰ ਨਾਲ ਇਹ ਬਚਨ ਮਹਾਰਾਜ ਜੀ ਦੇ ਪੂਰੇ ਹੋਏ। ਬਾਅਦ ਵਿੱਚ ਜਾ ਕੇ ਤੁਰਕ ਸਕਲ ਕੀ ਜਰਾ ਉਖਾਰੇ, ਸਨਮੁਖ ਲੜੇ ਤਾਏ ਕੋ ਮਾਰੇ। ਇਹਨਾਂ ਸਾਰੇ ਤੁਰਕਾਂ ਦੀਆਂ ਜੜ੍ਹਾਂ ਮੇਰਾ ਖਾਲਸਾ ਪੁੱਟੇਗਾ, ਜਿਹੜਾ ਸਨਮੁਖ ਹੋ ਕੇ ਲੜੇਗਾ ਉਹ ਮਾਰਿਆ ਜਾਵੇਗਾ। ਪ੍ਰਦੇ ਤੇਜ ਇੰਧਨ ਕੋ ਜੋਰ, ਔਰ ਮੇਰੇ ਖਾਲਸੇ ਦਾ ਤੇਜ ਪ੍ਰਤਾਪ ਵਧੇਗਾ। ਤਬ ਏ ਤਾਲ ਹੋਏ ਚੌ ਔਰ, ਉਸ ਵਕਤ ਤੇ ਚਾਰੇ ਪਾਸੋਂ ਸਰੋਵਰ ਬਣ ਕੇ ਤਿਆਰ ਹੋਵੇਗਾ। ਮੇਲਾ ਹੋਏ ਅਮਸਿਆ ਭਾਰੀ, ਇਸ ਜਗ੍ਹਾ ਤੇ ਮੱਸਿਆ ਦਾ ਜੋੜ ਮੇਲਾ ਹਰ ਮਹੀਨੇ ਭਰਿਆ ਕਰੇਗਾ। ਲਏ ਕਾਮਨਾ ਲੋਕ ਉਧਾਰੀ, ਮੱਸਿਆ ਵਾਲੇ ਦਿਨ ਜਿਹੜਾ ਇੱਥੇ ਆ ਕੇ ਹਾਜ਼ਰੀ ਭਰੇਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਰੋਗ ਬ੍ਰਿੰਦ ਕੋ ਵਰਜਨ ਕਰਹੀ, ਔਰ ਇਸ ਸਰੋਵਰ 'ਚ ਇਸ਼ਨਾਨ ਕਰਨ ਵਾਲਿਆਂ ਦੇ ਰੋਗ ਕੱਟੇ ਜਾਣਗੇ, ਉਹਨਾਂ ਦੇ ਰੋਗਾਂ ਦੀ ਨਿਵਰਤੀ ਵੀ ਹੋਵੇਗੀ। ਨਾਮ ਤਰਨ ਤਾਰਨ ਸੋ ਉਚਰਹੀ, ਇਸ ਪਵਿੱਤਰ ਸਰੋਵਰ ਦਾ ਨਾਮ ਹੋਵੇਗਾ ਸ੍ਰੀ ਤਰਨ ਤਾਰਨ ਸਾਹਿਬ। ਇਹ ਨਾਮਕਰਨ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਕੀਤਾ। ਦਰਸ ਮਾਸ ਭਾਦਰੋ ਪਦ ਜੋਏ, ਕਹਿੰਦੇ ਮੱਸਿਆ ਦੀ ਮੱਸਿਆ ਇੱਥੇ ਜੋੜ ਮੇਲਾ ਹੋਵੇਗਾ, ਪਰ ਸਾਲਾਨਾ ਜੋੜ ਮੇਲਾ ਭਾਦਰੋਂ ਦੀ ਮੱਸਿਆ ਵਾਲੇ ਦਿਨ ਇਸ ਜਗ੍ਹਾ ਤੇ ਵਿਸ਼ਾਲ ਮਹਾਨ ਜੋੜ ਮੇਲਾ ਪੁਰਬ ਦਾ ਦਿਨ ਹੋਵੇਗਾ। ਮਹਾ ਮਹਾਤਮ ਇਸ ਕੋ ਹੋਏ, ਭਾਦਰੋਂ ਦੀ ਮੱਸਿਆ ਵਾਲੇ ਦਿਨ ਇਹਦਾ ਵੱਡਾ ਮਹਾਤਮ ਹੋਵੇਗਾ। ਜਿਵੇਂ ਪੰਚਮੀ ਹਰ ਮਹੀਨੇ ਭਰਦੀ ਆਪਣੇ ਸਥਾਨ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਰ ਬਸੰਤ ਪੰਚਮੀ ਦਾ ਜੋੜ ਮੇਲਾ ਵਿਸ਼ੇਸ਼ ਕਰਕੇ ਆ, ਉਹ ਦਿਨ ਦੂਰੋਂ ਦਰਾਡਿਓਂ ਸੰਗਤਾਂ ਆਉਂਦੀਆਂ ਨੇ। ਇਸੇ ਤਰ੍ਹਾਂ ਮੱਸਿਆ ਹਰ ਮਹੀਨੇ ਸ੍ਰੀ ਤਰਨਤਾਰਨ ਸਾਹਿਬ ਜੋੜ ਮੇਲਾ ਹੁੰਦਾ ਹੈ, ਪਰ ਮਹਾਰਾਜ ਜੀ ਨੇ ਬਚਨ ਕੀਤਾ ਭਾਦਰੋਂ ਦੀ ਮੱਸਿਆ ਦਾ ਉਚੇਚਾ ਮੇਲਾ ਹੋਵੇਗਾ ਇੱਥੇ ਜੋੜ ਮੇਲਾ, ਜਿਸ ਦਿਨ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਮਹਾਤਮ ਵੀ ਵੱਡਾ ਤੇ ਭਾਰੀ ਹੋਵੇਗਾ। ਸਗਰੇ ਪਾਪ ਵਿਦਾਰਨ ਕਰੇ, ਸ਼ਰਦਾ ਧਰ ਇਸ਼ਨਾਨ ਜੇ ਧਰੇ। ਜਿਹੜਾ ਸ਼ਰਧਾ ਧਾਰਨ ਕਰਕੇ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਭਾਦਰੋਂ ਦੀ ਮੱਸਿਆ ਵਾਲੇ ਦਿਨ, ਉਹਦੇ ਸਾਰੇ ਪਾਪ ਕੱਟੇ ਜਾਣਗੇ, ਉਹਦੇ ਸਾਰੇ ਪਾਪ ਨਿਰਵਿਰਤ ਹੋਣਗੇ। ਇਮ ਕੈ ਸਤਗੁਰ ਤੂਸ਼ਨ ਰਹੇ, ਇਹ ਤਾਂ ਕਹਿ ਕੇ ਮਹਾਰਾਜ ਜੀ ਚੁੱਪ ਕਰ ਗਏ। ਚਲਨ ਪੋਰ ਕੋ ਚਿਤ ਮੈਂ ਚਏ, ਔਰ ਮਹਾਰਾਜ ਜੀ ਨੇ ਸੇਵਾ ਬੰਦ ਕਰਵਾ ਦਿੱਤੀ। ਜਿੰਨੀ ਹੋਈ ਪੂਰਬੀ ਬਾਈ ਬਣ ਕੇ ਤਿਆਰ ਹੋਈ ਸੀ ਇੱਕ ਪਾਸਾ, ਸੇਵਾ ਬੰਦ ਕਰਕੇ ਮਹਾਰਾਜ ਜੀ ਨੇ ਅਗਲੇ ਦਿਨ ਸਵੇਰੇ ਇੱਥੋਂ ਚੱਲਣ ਦੀ ਇੱਛਾ ਕੀਤੀ। ਇਸ ਦਿਨ ਡੇਰੋ ਤਾਈ ਟਿਕਾਏ, ਇੱਕ ਦਿਨ ਮਹਾਰਾਜ ਜੀ ਨੇ ਇੱਥੇ ਹੀ ਡੇਰਾ ਰੱਖਿਆ। ਸ਼੍ਰੀ ਅਰਜਨ ਚਿਤ ਸ਼ਾਂਤ ਬਿਰਧਾਏ, ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਠੰਡਾ ਠਾਰ ਤੇ ਸ਼ਾਂਤ ਹੈ। ਨਹੀਂ ਸਰਾਪ ਤਬ ਕਰੂਰ ਉਚਾਰਸ, ਮਹਾਰਾਜ ਜੀ ਨੇ ਕੋਈ ਕਰੂਰ ਸਰਾਪ ਨਹੀਂ ਦਿੱਤਾ ਇਹਨਾਂ ਨੂੰ, ਨੂਰਦੀਨ ਨੂੰ ਜਾਂ ਅਮਾਨਤ ਖਾਂ ਨੂੰ। ਜਿਸ ਤੇ ਦੁਸ਼ਟ ਦਗਦ ਹੋਏ ਛਾਰਸ, ਇਹ ਬਚਨ ਕਰ ਦਿੰਦੇ ਦੋਹਾਂ ਦੁਸ਼ਟਾਂ ਨੂੰ ਮਹਾਰਾਜ ਜੀ ਗਰਕ ਕਰਕੇ ਰੱਖ ਸਕਦੇ ਸਨ। ਛਿਮਾਵਾਨ ਮੈਂ ਸ੍ਰੇਸ਼ਟ ਰੂਪ, ਪਰ ਸਤਿਗੁਰੂ ਬੜੇ ਵੱਡੇ ਛਿਮਾ ਨਿਧ ਨੇ, ਮਹਾਰਾਜ ਜੀ ਨੇ ਛਿਮਾ ਹੀ ਕੀਤਾ ਇਹਨਾਂ ਨੂੰ। ਮਹਾ ਸ਼ਕਤ ਧਰ ਧੀਰ ਅਨੂਪ, ਮਹਾਨ ਸ਼ਕਤੀ ਨੂੰ ਧਾਰਨ ਕਰਕੇ ਵੀ ਸਤਿਗੁਰੂ ਜੀ ਧੀਰਜ ਦੇ ਧਾਰਨੀ ਹਨ। ਸਮਦਮ ਕੇ ਜੁਤ ਹਿਰਦਾ ਉਧਾਰ, ਸਮਦਮ ਆਦਿਕ ਸ਼ੁਭ ਗੁਣਾਂ ਦੇ ਸਹਿਤ ਮਹਾਰਾਜ ਜੀ ਦਾ ਹਿਰਦਾ ਭਰਿਆ ਹੋਇਆ ਹੈ। ਧਰਮ ਆਤਮਾ ਸਹਿਤ ਵਿਚਾਰ, ਧਰਮ ਦੀ ਆਤਮਾ ਦੇ ਸਹਿਤ ਮਹਾਰਾਜ ਜੀ ਵਿਚਾਰ ਕਰਨ ਵਾਲੇ ਹਨ। ਮਨੋ ਧਰਮ ਕੀ ਤੁਜਾ ਸਰੀਰ,
ਮਾਨੋ ਸਤਿਗੁਰੂ ਜੀ ਧਰਮ ਦੀ ਧੁਜਾ ਹਨ ਪਰ ਉਪਕਾਰੀ ਪਰਮ ਅਪੀਰ ਪਰਉਪਕਾਰੀ ਔਰ ਮਹਾਨ ਦਿਆਲੂ ਹਰ ਸਤਿਗੁਰੂ ਜੀ ਜਮ ਬਸ ਜੀਵ ਨਰਕ ਮੋਹ ਪਰਤੇ ਜਿਹੜੇ ਜੀਵ ਜੰਮਾਂ ਦੇ ਵਸ ਪੈ ਕੇ ਨਰਕਾਂ ਵਿੱਚ ਪੈਂਦੇ ਨੇ ਤਿਨੋ ਬਿਲੋਕਤ ਕਰੁਣਾ ਭਰਤੇ ਉਹਨਾਂ ਨੂੰ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਨਰਕਾਂ ਵਿੱਚ ਪੈਂਦੇ ਜੀਵਾਂ ਤੇ ਆਪਣੀ ਕਿਰਪਾ ਕਰਦੇ ਨੇ ਭਲੇ ਪੰਥ ਪਰ ਸੁਖ ਕੋ ਪਾਵੇ ਔਰ ਉਹਨਾਂ ਨੂੰ ਭਲੇ ਰਾਹ ਦੇ ਉੱਤੇ ਟੋਰਦੇ ਨੇ ਜਿਸ ਰਸਤੇ ਤੇ ਚੱਲ ਕੇ ਉਹਨਾਂ ਜੀਵਾਂ ਨੂੰ ਸੁਖ ਪ੍ਰਾਪਤ ਹੋਵੇ ਇਸ ਪ੍ਰਕਾਰ ਕੇ ਬਿਉਂਤ ਬਣਾਵੇ ਇਸ ਪ੍ਰਕਾਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਐਸੇ ਉਪਕਾਰ ਕਰਦੇ ਹਨ ਤੀਰਥ ਕੀ ਤਬ ਕਾਰ ਹਟਾਏ ਇਸ ਤਰ੍ਹਾਂ ਮਹਾਰਾਜ ਜੀ ਨੇ ਸਰੋਵਰ ਦੀ ਸੇਵਾ ਰੋਕ ਦਿੱਤੀ ਲਖਿਓ ਭਵਿੱਖਤ ਜਿਮ ਹੋਏ ਜਾਏ ਮਹਾਰਾਜ ਜੀ ਨੇ ਜਾਣ ਲਿਆ ਕਿ ਭਵਿੱਖਤ ਵਿੱਚ ਆ ਕੁਝ ਹੋਣਾ ਹੈ ਅਜਰ ਜਰਨ ਨਿਸਠਤ ਬ੍ਰਹਮ ਗਿਆਨੀ ਜੋ ਅਜਰ ਨੂੰ ਜਰਨ ਵਾਲੇ ਹਨ ਧੰਨ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਵਿਦਾਰਨ ਉਚਰਤ ਬਾਣੀ ਜੋ ਮੋਹ ਨੂੰ ਨਾਸ਼ ਕਰਨ ਵਾਲੀ ਬਾਣੀ ਉਚਾਰਨ ਵਾਲੇ ਹਨ ਨੈਣ ਰਸੀਲੇ ਕਰੁਣਾ ਰਸੇ ਜਿਨ੍ਹਾਂ ਦੇ ਬਚਨ ਰਸੀਲੇ ਕਰੁਣਾ ਨਾਲ ਭਿੱਜੇ ਹੋਏ ਨੇ ਜਿਨ ਮੈਂ ਪ੍ਰੇਮ ਰਹੇ ਨਿਤ ਬਸੇ ਐਸੇ ਅੰਮ੍ਰਿਤ ਬਚਨ ਜਿਨ੍ਹਾਂ 'ਚ ਪ੍ਰੇਮ ਵਸਿਆ ਰਹਿੰਦਾ ਹੈ ਜਗ ਗੁਰਤਾ ਪਰ ਤਖਤ ਬਿਰਾਜੇ ਜਗਤ ਦੀ ਗੁਰਦਾ ਤੇ ਤਖਤ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹਨ ਦਰਸੈ ਸਹਿ ਸ਼ਰਦਾ ਅਗ ਭਾਜੇ ਜਿਹੜੇ ਸ਼ਰਧਾ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦੇ ਉਹਨਾਂ ਦੇ ਪਾਪ ਨੱਠ ਜਾਂਦੇ ਹਨ ਭਾਈ ਨੂਰੋ ਦੀਨ ਅਮਾਨਤ ਖਾਨ ਉਧਰ ਨੂਰਦੀਨ ਤੇ ਅਮਾਨਤ ਖਾਨ ਨੇ ਜਦੋਂ ਇਹ ਸੁਣਿਆ ਤਿਨੋ ਸੁਨੀ ਸੁਧ ਸਗਰੀ ਕਾਨ ਉਹਨਾਂ ਨੇ ਇੱਧਰ ਗੁਰੂ ਘਰ ਦੀ ਸਾਰੀ ਖਬਰ ਜਦੋਂ ਆਪਣੇ ਕੰਨੀ ਸੁਣੀ ਤੀਰਥ ਕਰ ਤੇ ਹਟ ਰਹੇ ਕਿ ਗੁਰੂ ਜੀ ਨੇ ਸਰੋਵਰ ਦੀ ਸੇਵਾ ਰੋਕ ਦਿੱਤੀ ਹੈ ਉਹਨਾਂ ਨੇ ਤੀਰਥ ਰਚਣ ਦਾ ਕੰਮ ਰੋਕ ਦਿੱਤਾ ਹੈ ਪੂਜ ਕਰਨ ਚੱਲ ਬੇਚਿਤ ਜਾਏ ਔਰ ਉਸ ਜਗ੍ਹਾ ਤੋਂ ਸਤਿਗੁਰੂ ਜੀ ਨੇ ਤਿਆਰੀ ਕਰ ਲਈ ਹੈ ਚੱਲਣ ਵਾਸਤੇ ਮਿਲ ਦੋਨੋਂ ਇੱਕ ਮਨੁੱਜ ਪਠਾਵਾ ਇਹਨਾਂ ਨੇ ਓਪਰੀ ਜਿਵੇਂ ਸਿਆਣਿਆਂ ਦੀ ਕਹਾਵਤ ਆ ਵੀ ਗੋਂਗਲੂਆਂ ਤੋਂ ਮਿੱਟੀ ਲਾਹਣ ਵਾਲਾ ਕੰਮ ਕੀਤਾ ਇਹਨਾਂ ਆਪਣਾ ਇੱਕ ਬੰਦਾ ਭੇਜਿਆ ਮਹਾਰਾਜ ਜੀ ਦੇ ਕੋਲ ਸ਼ਾਹ ਸੁਨੇ ਨੇ ਚਿਤ ਡਰ ਪਾਵਾ ਇਹਨਾਂ ਨੂੰ ਇਹ ਵੀ ਡਰ ਪੈ ਗਿਆ ਵੀ ਕਿਤੇ ਗੁਰੂ ਜੀ ਬਾਦਸ਼ਾਹ ਨੂੰ ਨਾ ਜਾ ਕੇ ਪੁਕਾਰ ਕਰਕੇ ਸਾਡੀ ਸ਼ਿਕਾਇਤ ਨਾ ਕਰ ਦੇਣ ਚਾਪਲੂਸ ਬੰਦਿਆਂ ਨੂੰ ਇਦਾਂ ਹੁੰਦਾ ਡਰ ਵੀ ਕਿਤੇ ਜਿਹਦੀ ਅਸੀਂ ਚਾਪਲੂਸੀ ਕਰਦੇ ਆਂ ਉਹਦੇ ਕੋਲ ਸਾਡੀ ਸ਼ਿਕਾਇਤ ਨਾ ਹੋ ਜਾਏ ਕਿਉਂਕਿ ਚਾਪਲੂਸ ਬੰਦੇ ਹਮੇਸ਼ਾ ਚਾਪਲੂਸੀ ਕਰਕੇ ਇਹੋ ਜਿਹੇ ਵੱਡਿਆਂ ਲੋਕਾਂ ਦੀਆਂ ਖੁਸ਼ਾਮਦਾਂ ਕਰਕੇ ਖੁਸ਼ ਰਹਿੰਦੇ ਆ ਤੇ ਵੱਡੇ ਲੋਕਾਂ ਨੂੰ ਵੀ ਇਦਾਂ ਦੇ ਖੁਸ਼ਾਮਦ ਕਰਨ ਵਾਲੇ ਬੰਦੇ ਹੀ ਚੰਗੇ ਲੱਗਦੇ ਆ ਉਹਨਾਂ ਨੂੰ ਕੋਈ ਅਕਲ ਦੇਣ ਵਾਲਾ ਬੰਦਾ ਮਿਲੇ ਉਹ ਨਹੀਂ ਉਹ ਸੁਣ ਕੇ ਰਾਜੀ ਕਿਸੇ ਦੀ ਅਕਲ ਖੁਸ਼ਾਮਦ ਕਰਨ ਵਾਲਿਆਂ ਦੀਆਂ ਖੁਸ਼ਾਮਦਾਂ ਵਾਲੇ ਉਹਨਾਂ ਨੂੰ ਚਾਹੀਦੇ ਨੇ ਵੀ ਜਿਹੜੇ ਹਰ ਵੇਲੇ ਸਾਡੀ ਖੁਸ਼ਾਮਦ ਕਰਦੇ ਰਹਿਣ ਗਊ ਦੁੱਧ ਦਿੰਦੀ ਹੈ ਔਰ ਸੰਸਾਰ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੋਂ ਉਹਦਾ ਪੂਜਾ ਵੀ ਕੀਤੀ ਜਾਂਦੀ ਕਈ ਲੋਕਾਂ ਵੱਲੋਂ ਉਹਦਾ ਗੋਬਰ ਵੀ ਪਵਿੱਤਰ ਸਮਝਿਆ ਜਾਂਦਾ ਪਰ ਉਸ ਗਊ ਨੂੰ ਕੋਈ ਆਪਣੇ ਘਰ ਦੇ ਅੰਦਰ ਡਰਾਇੰਗ ਰੂਮ 'ਚ ਬੈੱਡਰੂਮ 'ਚ ਨਹੀਂ ਬੰਨਦਾ ਉਦੋਂ ਬਾਹਰ ਬਾੜਾ ਬਣਾ ਕੇ ਬੰਨਿਆ ਜਾਂਦਾ ਪਰ ਕੁੱਤਾ ਕੁਝ ਨਹੀਂ ਸਵਾਰਦਾ ਨਾ ਦੁੱਧ ਦੇਵੇ ਨਾ ਉਹਦੀ ਵਿਸ਼ਟਾ ਕਿਸੇ ਕੰਮ ਆਵੇ ਉਹਨੂੰ ਲੋਕ ਡਰਾਇੰਗ ਰੂਮ 'ਚ ਵੀ ਰੱਖਦੇ ਆ ਬੈੱਡ ਰੂਮ 'ਚ ਆਪਣੇ ਬੈੱਡ ਦੇ ਉੱਤੇ ਨਾਲ ਪਾਉਂਦੇ ਆ ਐਸਾ ਕਿਉਂ ਕਿਉਂਕਿ ਕੁੱਤਾ ਦੁੰਬ ਹਿਲਾਉਂਦਾ ਤੇ ਲੋਕਾਂ ਨੂੰ ਦੁੰਬ ਹਿਲਾਉਣ ਵਾਲੇ ਬੰਦੇ ਚਾਹੀਦੇ ਨੇ ਗਊ ਵਰਗੇ ਅਕਲ ਦੇਣ ਵਾਲੇ ਨਹੀਂ ਦੁੰਬ ਹਿਲਾਉਣ ਵਾਲੇ ਬੰਦੇ ਸਾਰਿਆਂ ਨੂੰ ਚਾਹੀਦੇ ਨੇ ਵੀ ਜਿਹੜੇ ਅੱਗੇ ਪਿੱਛੇ ਉਹਨਾਂ ਦੇ ਦੁੰਬ ਹਿਲਾਉਂਦੇ ਫਿਰਨ ਉਹਨਾਂ ਦੀ ਪਰਵਰਿਸ਼ ਵੀ ਕਰਦੇ ਆ ਉਹਨਾਂ ਦੀ ਪਾਲਣਾ ਵੀ ਕਰਦੇ ਹੁਣ ਇਹਨਾਂ ਆਖਿਆ ਵੀ ਸਾਡਾ ਤਾਂ ਔਖਾ ਹੋ ਜਾਣਾ ਜੇ ਗੁਰੂ ਜੀ ਨੇ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਨੂੰ ਇਹਨਾਂ ਨੇ ਆਪਣਾ ਬੰਦਾ ਭੇਜਿਆ ਡਰਦਿਆਂ ਹੋਇਆ ਆਏ ਗੁਰੂ ਕੇ ਕਯੋ ਅਗਾਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਕੋਲ ਆ ਕੇ ਕਹਿਣ ਲੱਗੇ ਤੁਮ ਕਿਉਂ ਬਰਜੀ ਤਾਲ ਉਸਾਰੀ
ਕਹਿਣ ਲੱਗੇ ਗੁਰੂ ਜੀ ਤੁਸੀਂ ਇਹ ਸਰੋਵਰ ਦੀ ਸੇਵਾ ਕਿਉਂ ਰੋਕ ਦਿੱਤੀ ਹੈ? ਜਿਤਕ ਪਜਾਵੇ ਪਰ ਲਗ ਦਰਬਾਰ, ਤੁਹਾਡੇ ਪੁਜਾਵੇ ਤੇ ਇੱਟਾਂ ਤੇ ਜਿੰਨਾ ਪੈਸਾ ਲੱਗਾ ਹੈ, ਕਹਿ ਹਮ ਤੇ ਅਬ ਲੀਜੇ ਸਰਬਾ, ਉਹ ਪੈਸਾ ਅਸੀਂ ਹੁਣੇ ਤੁਹਾਨੂੰ ਦੇਣ ਨੂੰ ਤਿਆਰ ਆ ਜਿੰਨੀਆਂ ਤੁਹਾਡੀਆਂ ਇੱਟਾਂ ਗਈਆਂ ਨੇ। ਅਪਰ ਈਟਕਾਂ ਦਿਓ ਚੜਾਏ, ਤੁਸੀਂ ਹੋਰ ਇੱਟਾਂ ਬਣਵਾ ਕੇ ਤਿਆਰ ਕਰ ਲਓ, ਕਰਤ ਕਾਰ ਸਗਰੀ ਪੱਕ ਜਾਏ, ਔਰ ਥੋੜੇ ਦਿਨਾਂ ਵਿੱਚ ਫੇਰ ਇੱਟਾਂ ਪੱਕ ਕੇ ਤਿਆਰ ਹੋ ਜਾਣਗੀਆਂ। ਆਗੇ ਕੋ ਹਮ ਲੈ ਨ ਕੋਈ, ਅੱਗੋਂ ਅਸੀਂ ਤੁਹਾਡੇ ਕੋਲੋਂ ਇੱਟਾਂ ਨਹੀਂ ਲੈਂਦੇ। ਬੈਠੇ ਰਚੋ ਆਪਨ ਸਰ ਜੋਈ, ਤੁਸੀਂ ਇੱਥੇ ਬਹਿ ਕੇ ਮਰਜ਼ੀ ਨਾਲ ਸਰੋਵਰ ਦੀ ਰਚਨਾ ਕਰੋ। ਬਣੀ ਜ਼ਰੂਰਤ ਹਮਕੋ ਭਾਰੀ, ਇਹ ਤਾਂ ਅਚਾਨਕ ਸਾਨੂੰ ਜ਼ਰੂਰਤ ਪੈ ਗਈ, ਸਾਡਾ ਕੰਮ ਰੁਕ ਗਿਆ ਸੀ। ਸ਼ਾਹ ਨਿਦੇਸ਼ ਯੋ ਸ਼ੀਗਰ ਉਚਾਰੀ, ਔਰ ਬਾਦਸ਼ਾਹ ਨੇ ਸਾਨੂੰ ਕਿਹਾ ਸੀ ਵੀ ਛੇਤੀ ਨਾਲ ਸਰਾਵਾਂ ਬਣਾ ਕੇ ਤਿਆਰ ਕਰੋ, ਕਰੋ ਸਰਾਏ ਤੁਰਤ ਹੀ ਤਿਆਰੇ, ਔਰ ਛੇਤੀ ਸਰਾਵਾਂ ਬਣਾ ਕੇ ਤਿਆਰ ਕਰਕੇ ਉਹਨਾਂ ਨੂੰ ਮੇਰੇ ਕੋਲ ਆਓ। ਜਾਂ ਤੇ ਆਵੇ ਲਏ ਤੁਮਾਰੇ, ਇਸ ਕਰਕੇ ਅਸੀਂ ਤੁਹਾਡੇ ਆਵੇ ਲੈ ਗਏ, ਇੱਟਾਂ ਲੈ ਗਏ ਆ। ਇਸ ਕੋ ਲੀਜੇ ਮੋਲ ਸਵਾਇਆ, ਇਹਦਾ ਤੁਸੀਂ ਸਾਡੇ ਕੋਲ ਤੁਹਾਡਾ ਜਿੰਨਾ ਮੁੱਲ ਲੱਗਾ ਉਹਦੇ ਤੋਂ ਦੁੱਗਣਾ ਮੁੱਲ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਆ, ਲੈ ਲਵੋ। ਦਿਓ ਆਇਸ ਪੁੰਨ ਲਗੇ ਪਜਾਇਆ, ਔਰ ਆਗਿਆ ਦਿਓ ਆਪਣੇ ਸੇਵਕਾਂ ਨੂੰ ਦੁਬਾਰਾ ਇੱਟਾਂ ਦੇ ਆਵੇ ਪੁਜਾਵੇ ਲੱਗ ਜਾਣ। ਸ੍ਰੀ ਅਰਜਨ ਪੁੰਨ ਕੀਨ ਬਖਾਨਾ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ। ਕਰਿਓ ਮੋਲ ਬਲ ਲਾਏ ਮਹਾਨਾ, ਮਹਾਰਾਜ ਜੀ ਕਹਿੰਦੇ ਮੁੱਲ ਦੇ ਤਾਂ ਦਿੱਤਾ ਤੁਸੀਂ ਪਹਿਲਾਂ। ਕਹਿੰਦੇ ਜੀ ਅਸੀਂ ਕਿਹੜਾ ਮੁੱਲ ਦਿੱਤਾ? ਮਹਾਰਾਜ ਕਹਿੰਦੇ ਜਿਹੜਾ ਬਲ ਲਾ ਕੇ ਲੈ ਗਏ ਆਪਣਾ, ਜ਼ੋਰ ਪਾ ਕੇ ਆਪਣਾ ਜ਼ੋਰ ਨਾਲ ਲੈ ਗਏ ਨਾ, ਇਹ ਮੁੱਲ ਦੇ ਤਾਂ ਗਏ ਹੋ ਤੁਸੀਂ ਗੁਰੂ ਘਰ 'ਚ। ਜਿਹੜਾ ਜ਼ੋਰ ਦਾ ਮੁੱਲ ਤੁਸੀਂ ਦੇ ਕੇ ਇੱਟਾਂ ਲੈ ਕੇ ਗਏ ਹੋ, ਸੋਈ ਮੋਲ ਦੇ ਹਮ ਤੁਮੇ, ਉਹੀ ਮੁੱਲ ਦੁਬਾਰਾ ਤੁਹਾਨੂੰ ਦੇ ਕੇ ਉਹ ਇੱਟਾਂ ਅਸੀਂ ਵਾਪਸ ਲਵਾਂਗੇ। ਹਾਲਾ ਸਮਾਂ ਆਉਣ ਦਿਓ। ਜਿਹੜਾ ਮੁੱਲ ਪਾ ਗਏ ਹੋ ਨਾ ਜ਼ੋਰ ਦਾ, ਉਹੀ ਜ਼ੋਰ ਦਾ ਮੁੱਲ ਦੇ ਕੇ ਤੁਹਾਡੇ ਕੋਲੋਂ ਇੱਟਾਂ ਹੀ ਵਾਪਸ ਲਵਾਂਗੇ ਅਸੀਂ। ਜਬ ਹੀ ਆਏ ਜਾਏ ਗੋ ਸਮੇਂ, ਉਹ ਵੀ ਸਮਾਂ ਆ ਜਾਏਗਾ ਜਦੋਂ, ਉਦੋਂ ਤੁਹਾਨੂੰ ਪਤਾ ਲੱਗ ਜਾਏਗਾ। ਹਮਰੇ ਸਿੱਖ ਹੋਏ ਹੈ ਬਲ ਭਾਰੀ, ਸਾਡੇ ਸਿੱਖ ਜਦੋਂ ਭਾਰੀ ਬਲ ਵਾਲੇ ਹੋਣਗੇ, ਨਿਜ ਬਲ ਕਰ ਲੈ ਨੀਮ ਉਖਾਰੀ, ਉਹ ਆਪਣੇ ਬਲ ਨਾਲ ਤੁਹਾਡੀਆਂ ਇਹਨਾਂ ਸਰਾਵਾਂ ਜਿਹੜੀਆਂ ਬਣਾ ਰਹੇ ਹੋ ਇਹਨਾਂ ਦੀਆਂ ਨੀਹਾਂ ਤੱਕ ਵੀ ਪੁੱਟ ਕੇ ਲੈ ਆਉਣਗੇ। ਤਾਏ ਸਦਨ ਜੇ ਪਾਕ ਬਣਾਏ, ਆ ਜਿਹੜੇ ਘਰ ਬਣਾ ਰਹੇ ਹੋ ਤੁਸੀਂ ਇਹ ਢਾ ਦਿੱਤੇ ਜਾਣਗੇ। ਐਂ ਈਟਕਾਂ ਲਾਗੇ ਆਏ, ਉਹ ਇੱਟਾਂ ਆ ਕੇ ਫਿਰ ਇੱਥੇ ਲੱਗਣਗੀਆਂ। ਜਿਮ ਬਲ ਮੋਲ ਤੁਮੇ ਨੇ ਦੀਨਾ, ਜਿਵੇਂ ਤੁਸੀਂ ਜ਼ੋਰ ਦਾ ਬਲ ਲਾ ਕੇ ਮੁੱਲ ਸਾਨੂੰ ਦਿੱਤਾ, ਈਟ ਪਜਾਵਨ ਕੀ ਸਭ ਲੀਨ, ਔਰ ਜਬਰੀ ਇੱਟਾਂ ਪੁਜਾਵੇ ਦੀਆਂ ਗੱਡਿਆਂ 'ਚ ਪਾ ਕੇ ਲੈ ਕੇ ਗਏ ਹੋ, ਸੋ ਬਲ ਮੋਲ ਦੇਂਗੇ ਤੁਮਕੋ, ਉਹੀ ਬਲ ਦਾ ਮੁੱਲ ਤੁਹਾਨੂੰ ਦੇ ਕੇ ਇੱਟਾਂ ਵਾਪਸ ਲਵਾਂਗੇ। ਤਬੇ ਤਿਆਰ ਤੀਰਥ ਹੋਏ ਹਮਕੋ, ਉਦੋਂ ਇਹ ਸਰੋਵਰ ਬਣੇਗਾ, ਉਦੋਂ ਤੱਕ ਇਹ ਸਰੋਵਰ ਅਸੀਂ ਵੀ ਨਹੀਂ ਬਣਾਉਣਾ। ਸਾਡੇ ਹਾਲੇ 5 ਜਾਮੇ ਹੋਰ ਅੱਗੇ ਹੋਣੇ ਨੇ, ਉਦੋਂ ਤੱਕ ਇਹ ਸਰੋਵਰ ਨਹੀਂ ਬਣੇਗਾ। ਹੁਣ ਤਾਂ ਉਦੋਂ ਹੀ ਬਣੇਗਾ ਜਦੋਂ ਤੁਹਾਡੀਆਂ ਸਰਾਵਾਂ ਦੀਆਂ ਨੀਹਾਂ ਵੀ ਪੁੱਟ ਕੇ ਇੱਥੇ ਲਿਆਂਦੀਆਂ ਜਾਣਗੀਆਂ। ਅਬ ਤੇ ਜਾਏ ਕਰੋ ਇਹ ਬਾਤ, ਜਾਓ ਹੁਣ ਜਾ ਕੇ ਗੱਲ ਕਰ ਲਵੋ। ਤੀਰਥ ਬਨੇ ਤੁਰਕ ਕਰ ਘਾਤ, ਹੁਣ ਤਾਂ ਤੁਹਾਡੇ ਘਰ ਢਾ ਕੇ ਹੀ ਇਹ ਤੀਰਥ ਬਣੇਗਾ। ਸੁਨ ਕੇ ਰਿਸ ਜੁਤ ਗੁਰ ਕੇ ਬੈਨ, ਮਹਾਰਾਜ ਜੀ ਦੇ ਬਚਨ ਇਹਨਾਂ ਨੇ ਸੁਣੇ। ਗਮਨਿਓ ਸੋ ਨਰ ਕਰ ਤਰ ਨੈਣ, ਉਹ ਅੱਖਾਂ ਨੀਵੀਆਂ ਕਰਕੇ ਵਾਪਸ ਤੁਰ ਗਿਆ। ਸਭਾ ਵਿਖੇ ਸਭ ਹੁਣ ਸੁਨਾਈ, ਜਾ ਕੇ ਨੂਰਦੀਨ ਤੇ ਅਮਾਨਤ ਖਾਨ ਨੂੰ ਇਹ ਗੱਲ ਸੁਣਾਈ। ਸੁਨ ਕਰ ਨੂਰ ਦੀਨ ਰਿਸ ਖਾਈ, ਸੁਣ ਕੇ ਨੂਰਦੀਨ ਇੱਕ ਵਾਰੀ ਗੁੱਸੇ ਵਿੱਚ ਵੀ ਆਇਆ। ਕਿਆ ਕਰ ਲੈ ਕਏ ਜੇ ਐਸੇ, ਕੀ ਕਰ ਲੈਣਗੇ ਉਹਨਾਂ ਦੇ ਸਿੱਖ? ਉਹਨੂੰ ਕੀ ਪਤਾ ਸੀ ਵੀ ਹਾਲੇ ਉਹ ਸਮਾਂ ਨਹੀਂ ਆਉਣਾ, ਉਹ ਅੱਗੇ ਦੀਆਂ ਪੁਸ਼ਤਾਂ ਨੂੰ ਭੁਗਤਣਾ ਪੈਣਾ ਜਿਹੜਾ ਕੰਮ ਇਹਨੇ ਕੀਤਾ। ਕਹਿੰਦਾ ਕੀ ਕਰ ਲੈਣਗੇ, ਮੇਰਾ ਕੀ ਵਿਗਾੜ ਲੈਣਗੇ? ਲਗਿਓ ਚਿਨਾਵਨ ਮੂਰਖ ਤੈਸੇ, ਮੂਰਖ ਉਸੇ ਤਰ੍ਹਾਂ ਆਪਣੇ ਘਰ ਬਣਵਾਉਣ ਲੱਗਾ। ਸ੍ਰੀ ਗੁਰ ਕਰਿਓ ਕੂਚ ਹਟ ਆਏ, ਮਹਾਰਾਜ ਜੀ ਉੱਥੋਂ ਕੂਚ ਕਰਕੇ ਆ ਗਏ। ਰਾਮਦਾਸਪੁਰ ਵਿਖੇ ਸੁਹਾਏ, ਸਤਿਗੁਰੂ ਜੀ ਵਾਪਸ ਆ ਗਏ ਸ੍ਰੀ ਅੰਮ੍ਰਿਤਸਰ ਸਾਹਿਬ। ਸ੍ਰੀ ਗੁਰ ਹਰ ਗੋਬਿੰਦ ਸੰਗ ਮਿਲੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ। ਅੰਕ ਬਿਠਾਏ ਪ੍ਰੇਮ ਕਰ
ਭਲੇ। ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ 'ਚ ਬਿਠਾ ਕੇ ਬੜੇ ਪਿਆਰ ਨਾਲ ਪੰਜਵੇਂ ਪਾਤਸ਼ਾਹ ਮਿਲੇ। ਅਪਰ ਸਰਬ ਸਿੱਖ ਕਰ ਕਰ ਬੰਦਨ। ਹੋਰ ਬਹੁਤ ਸਾਰੇ ਸਿੱਖ ਮਹਾਰਾਜ ਜੀ ਨੂੰ ਮੱਥਾ ਟੇਕਣ ਆਏ। ਦਰਸੈ ਦਰਸ਼ਨ ਦੋਸ਼ ਨਿਕੰਦਨ। ਗੁਰਦੇਵ ਦੇ ਦਰਸ਼ਨ ਕਰਦੇ ਮਹਾਰਾਜ ਜੀ ਦੇ ਦੀਦਾਰ ਪਰਸਦੇ ਨੇ। ਪਈ ਰੈਨ ਮੰਦਰ ਨਿਜ ਗਏ ਮਿਲੇ ਸਕਲ ਆਨੰਦ ਮਨ ਪਏ। ਭਾਈ ਸਾਹਿਬ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਜੀ ਆਪਣੇ ਮਹਿਲਾਂ 'ਚ ਜਾ ਕੇ ਨਿਵਾਸ ਕੀਤਾ ਹੈ। ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਹੋਰ ਪਵਿੱਤਰ ਇਤਿਹਾਸ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।